ਹੈਲੋ एवरीवन। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਵੇਖਦੇ ਹਾਂ ਕੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਵਿਸਕੋਸਿਟੀ ਕਰਦੇ ਹਾਂ, ਫਿਰ ਉਹਦਾ ਆਪਾਂ ਕੋਫੀਸ਼ੀਐਂਟ ਆਫ ਵਿਸਕੋਸਿਟੀ ਕਰਾਂਗੇ, ਯੂਨਿਟਸ ਕਰਾਂਗੇ। ਮਤਲਬ ਕਿ ਸਾਰਾ ਜੋ ਲੈਕਚਰ ਹੋਏਗਾ ਆਪਣਾ ਵਿਸਕੋਸਿਟੀ ਦੇ ਰਿਗਾਰਡਿੰਗ ਹੀ ਹੋਏਗਾ। ਠੀਕ ਹੈ, ਡਾਇਮੈਂਸ਼ਨਲ ਫਾਰਮੂਲਾ, ਇਫੈਕਟ ਆਫ ਟੈਂਪਰੇਚਰ, ਠੀਕ ਹੈ, ਇਹਦੀਆਂ ਐਪਲੀਕੇਸ਼ਨਸ ਵਿਸਕੋਸਿਟੀ ਦੀਆਂ, ਸਿਮਿਲਰਿਟੀਜ਼ ਐਂਡ ਡਿਫਰੈਂਸਿਸ, ਠੀਕ ਹੈ, ਉਹ ਕਾਹਦੀ ਸੋਲਿਡ ਦੇ ਵਿੱਚ ਇੱਕ ਫ੍ਰਿਕਸ਼ਨ ਹੁੰਦੀ ਹੈ ਅਤੇ ਆਪਣੇ ਲਿਕੁਇਡ ਦੇ ਵਿੱਚ ਫ੍ਰਿਕਸ਼ਨ ਹੁੰਦੀ ਆ, ਉਹਦੇ ਵਿਚਕਾਰ, ਠੀਕ ਹੈ, ਉਹ ਡਿਫਰੈਂਸਿਸ ਹੋਣੇ ਇਹਦੇ ਵਿੱਚ, ਅਤੇ ਇਹਦੇ ਰਿਲੇਟਡ ਜਿੰਨੇ ਵੀ MCQ ਹੋਣੇ ਆ, ਠੀਕ ਹੈ, एग्जाम्स ਦੇ ਵਿੱਚ ਆਏ ਹੋਏ ਜਾਂ ਆਉਣ ਵਾਲੇ, ਠੀਕ ਹੈ, ਐਕਸਪੈਕਟਡ ਆ ਵੀ ਇਹਦੇ ਚਾਂਸਸ ਨੇ ਉਹਨਾਂ ਦੇ, ਆਪਾਂ ਉਹ MCQs ਡਿਸਕਸ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਹੈਗੀ ਹੈ ਵਿਸਕੋਸਿਟੀ ਦੀ। ਸਟੂਡੈਂਟਸ ਅਸੀਂ ਇਹਨੂੰ ਇੱਕ ਐਗਜ਼ਾਮਪਲ ਨਾਲ ਰਿਲੇਟ ਕਰਕੇ ਪੜ੍ਹਦੇ ਹਾਂ। ਮੰਨ ਲਓ ਸਾਡੇ ਕੋਲ ਇੱਕ ਆ ਕੀ ਹੈ, ਸੋਲਿਡ ਸਰਫੇਸ ਹੈ ਜਾਂ ਰਿਜਿਡ ਸਰਫੇਸ ਆ ਜਾਂ ਸੋਲਿਡ ਸਰਫੇਸ ਆ, ਠੀਕ ਹੈ। ਇਹਦੇ ਉੱਪਰ ਇੱਕ ਬਲੌਕ ਪਿਆ ਇੱਦਾਂ, ਅਤੇ ਮੈਂ ਤੁਹਾਨੂੰ ਕਿਸੇ ਨੂੰ ਕਹਿ ਦਿਆਂ ਵੀ ਇਹਦੇ ਉੱਪਰ ਇੱਕ ਫੋਰਸ ਲਗਾਓ। ਆਪਾਂ ਨੇ ਕਿਸੇ ਪਰਸਨ ਨੂੰ ਇੱਥੋਂ ਧੱਕਾ ਦੇਣ ਲਗਾ ਦਿੱਤਾ ਵੀ ਇਹਨੂੰ ਧੱਕਾ ਲਗਾ, ਠੀਕ ਹੈ। ਧੱਕਾ ਦੇਣ ਤੋਂ ਬਾਅਦ ਕੀ ਹੋਏਗਾ ਸਟੂਡੈਂਟਸ, ਫਿਰ ਸਾਡਾ ਜੋ ਬਾਕਸ ਹੋਏਗਾ ਉਹ ਰਾਈਟ ਬੰਨੀ ਨੂੰ ਮੂਵ ਕਰੇਗਾ, ਠੀਕ ਹੈ। ਹੁਣ ਇੱਥੇ ਜਦੋਂ ਬਾਡੀ ਸਾਡੀ ਮੋਸ਼ਨ ਦੇ ਵਿੱਚ ਆ ਗਈ ਆ ਤਾਂ ਜੋ ਆਹ ਵਾਲੀ ਸਰਫੇਸ ਆ, ਠੀਕ ਹੈ, ਰਿਜਿਡ ਸਰਫੇਸ ਆ, ਇਹ ਬਾਕਸ ਦੇ ਉੱਪਰ ਇੱਕ ਫੋਰਸ ਲਗਾਏਗੀ ਜੋ ਸਾਡੀ ਅਪਲਾਈਡ ਫੋਰਸ ਦੇ ਓਪੋਜਿਟ ਡਾਇਰੈਕਸ਼ਨ ਦੇ ਵਿੱਚ ਹੋਏਗੀ। ਕੀ ਕਰੇਗੀ ਇਹ ਫੋਰਸ ਹੈ ਜੋ ਬਾਕਸ ਨੂੰ ਸਾਡੇ ਨੂੰ ਰੋਕਣ ਦੇ ਵਿੱਚ ਕੋਸ਼ਿਸ਼ ਕਰੇਗੀ, ਠੀਕ ਹੈ। ਅਗਰ ਵੇਖੋ ਜਿੰਨਾ ਟਾਈਮ ਤੱਕ ਅਸੀਂ ਫੋਰਸ ਅਪਲਾਈ ਕਰੀ ਜਾਂਦੇ ਹਾਂ ਉਨਾ ਟਾਈਮ ਤੱਕ ਤਾਂ ਸਾਡਾ ਬਾਕਸ ਮੂਵ ਕਰੀ ਜਾਂਦਾ, ਅਤੇ ਜਦੋਂ ਅਸੀਂ ਫੋਰਸ ਅਪਲਾਈ ਕਰਨ ਤੋਂ ਰੁਕ ਜਾਂਦੇ ਹਾਂ ਤਾਂ ਸਾਡਾ ਬਾਕਸ ਫੌਰਨ ਹੀ ਰੁਕ ਜਾਂਦਾ। ਕਾਹਦੇ ਕਾਰਨ ਰੁਕ ਜਾਂਦਾ, ਠੀਕ ਹੈ, ਉਹ ਇਹੋ ਫੋਰਸ ਹੈ ਜਿਹੜੀ ਆਪਣੀ ਸਰਫੇਸ ਆ, ਦੋ ਸਰਫੇਸਿਸ ਦੇ ਵਿਚਕਾਰ ਲੱਗ ਰਹੀ ਆ, ਇਹਨੂੰ ਅਸੀਂ ਕਿਹੜੀ ਫੋਰਸ ਕਹਿੰਦੇ ਹੁੰਦੇ ਹਾਂ, ਫ੍ਰਿਕਸ਼ਨਲ ਫੋਰਸ। ਫ੍ਰਿਕਸ਼ਨ ਫੋਰਸ ਇਹ ਸੋਲਿਡ ਦਾ ਮੋਸ਼ਨ 'ਤੇ, ਠੀਕ ਹੈ, ਸੋਲਿਡ ਦੇ ਮੋਸ਼ਨ ਦੇ ਵਿੱਚ ਜਦੋਂ ਦੋ ਸਰਫੇਸ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਹੁੰਦੀਆਂ ਨੇ ਅਤੇ ਮੋਸ਼ਨ ਦੇ ਵਿੱਚ ਵੀ ਹੁੰਦੀਆਂ ਨੇ ਤਾਂ ਉਹਨਾਂ ਦੇ ਵਿਚਕਾਰ ਇੱਕ ਫੋਰਸ ਲੱਗਦੀ ਹੁੰਦੀ ਆ ਮੋਸ਼ਨ ਦੇ ਅਗੇਂਸਟ, ਉਹਨੂੰ ਅਸੀਂ ਫ੍ਰਿਕਸ਼ਨਲ ਫੋਰਸ ਕਹਿੰਦੇ ਹਾਂ, ਠੀਕ ਹੈ। ਹੁਣ ਇੱਦਾਂ ਦੀ ਉਹ ਫੋਰਸ ਸਟੂਡੈਂਟਸ ਅਗਰ ਸੋਚਿਆ ਜਾਵੇ ਇਹ ਤਾਂ ਸੋਲਿਡ ਦਾ ਮੋਸ਼ਨ ਸੀ, ਅਗਰ ਲਿਕੁਇਡ ਦਾ ਮੋਸ਼ਨ ਹੋਵੇ ਫਿਰ ਅਸੀਂ ਉਹ ਵੇਖਦੇ ਹਾਂ ਕਿੱਦਾਂ ਹੋਊਗਾ। ਅਸੀਂ ਦੋ ਕੰਡੀਸ਼ਨਸ ਲੈ ਕੇ ਚੱਲਦੇ ਹਾਂ। ਸਾਡੇ ਕੋਲ ਆ ਬੀਕਰ ਆ, ਅਗਰ ਤੁਸੀਂ ਕੈਮਿਸਟਰੀ ਲੈਬ ਦੇ ਵਿੱਚ ਗੇੜਾ ਮਾਰਿਆ ਹੋਵੇ ਤਾਂ ਤੁਸੀਂ ਨੇ ਇਹ ਜ਼ਰੂਰ ਵੇਖਿਆ ਹੋਣਾ, 100% ਸਟੂਡੈਂਟਸ ਨੇ ਵੇਖਿਆ ਹੀ ਹੋਣਾ, ਠੀਕ ਹੈ। ਇਹ ਬੀਕਰ ਆ ਅਤੇ ਇਹਦੇ ਵਿੱਚ ਸਾਡੇ ਕੋਲ ਕੀ ਭਰਿਆ ਹੋਇਆ, ਲਿਕੁਇਡ ਭਰਿਆ ਹੋਇਆ, ਠੀਕ ਹੈ। ਪਹਿਲੀ ਕੰਡੀਸ਼ਨ ਇਹ ਆ। ਦੂਜੀ ਕੰਡੀਸ਼ਨ ਕੀ ਆ, ਦੂਜੀ ਕੰਡੀਸ਼ਨ ਇਹ ਹੈ ਸਾਡੇ ਕੋਲ ਆ ਕੋਈ ਨਹਿਰ ਆ, ਕੋਈ ਕੈਨਲ ਆ, ਠੀਕ ਹੈ, ਉਹਦਾ ਇਹ ਤਾਲਾ ਹੇਠਲਾ ਸਤ੍ਹਾ ਹੈ ਉਹਦੀ, ਇਹਦੇ ਉੱਪਰ ਪਾਣੀ ਮੂਵ ਕਰ ਰਿਹਾ, ਪਾਣੀ ਦੀਆਂ ਲਹਿਰਾਂ ਨੇ, ਠੀਕ ਹੈ। ਇਹ ਆਪਣੀ ਨਹਿਰ ਦੀ ਸਤ੍ਹਾ ਅਤੇ ਇਹਦੇ ਵਿੱਚ ਵਾਟਰ ਹੈ ਜੋ ਸਾਡਾ ਮੋਸ਼ਨ ਦੇ ਵਿੱਚ ਆ। ਠੀਕ ਹੈ ਬਈ, ਜਿਹੜੀ ਨਹਿਰ ਆ ਹੁਣ ਇਹ ਤਾਂ ਪਹਿਲਾਂ ਹੀ ਮੋਸ਼ਨ ਦੇ ਵਿੱਚ ਆ। ਫਸਟ ਕੇਸ ਦੇ ਵਿੱਚ ਕੀ ਕਰਨਾ ਆਸਾਨ ਹੈ, ਫਸਟ ਕੇਸ ਦੇ ਵਿੱਚ ਕੋਈ ਗਲਾਸ ਰੋਡ ਲੈਣੀ ਆ, ਚਾਹੇ ਅਸੀਂ ਆਪਣੀ ਉਂਗਲ ਹੀ ਦੇ ਨਾਲ ਹੀ ਵਰਕ ਕਰ ਸਕਦੇ ਹਾਂ। ਅਸੀਂ ਗਲਾਸ ਰੋਡ ਦੇ ਨਾਲ ਜੋ ਸਾਡਾ ਬੀਕਰ ਆ ਨਾ, ਇਹਦੇ ਵਿੱਚ ਅਸਾਂ ਨੇ ਇੱਦਾਂ ਸਟੀਰ ਕਰ ਦੇਣਾ, ਮਤਲਬ ਕਿ ਮੋਸ਼ਨ ਦੇ ਵਿੱਚ ਲੈ ਆਉਣਾ, ਲਿਕੁਇਡ ਨੂੰ ਰੋਟੇਟ ਕਰਵਾਈ ਜਾਣਾ ਇੱਦਾਂ। ਫਿਰ ਕੀ ਹੋਊਗਾ, ਫਿਰ ਸਾਡਾ ਜੋ ਲਿਕੁਇਡ ਹੋਏਗਾ ਉਹ ਮੋਸ਼ਨ ਦੇ ਵਿੱਚ ਆ ਜਾਏਗਾ, ਠੀਕ ਹੈ। ਹੁਣ ਦੇਖੋ ਲਿਕੁਇਡ ਆ ਜਿਹੜਾ ਸਾਡਾ ਉਹ ਮੋਸ਼ਨ ਦੇ ਵਿੱਚ ਆ। ਅਗਰ ਅਸੀਂ ਓਬਜ਼ਰਵ ਕਰਨਾ, ਹੁਣ ਧਿਆਨ ਨਾਲ ਓਬਜ਼ਰਵ ਕਰਾਂਗੇ ਬੀਕਰ ਦੇ ਵਿੱਚ, ਅਗਰ ਅਸੀਂ ਜਿਹੜੀ ਆਹ ਵਾਲੀ ਸਰਫੇਸ ਆ ਲਿਕੁਇਡ ਦੀ, ਮਤਲਬ ਕਿ ਸੌਰੀ ਲਿਕੁਇਡ ਦੀ ਨਹੀਂ, ਕੰਟੇਨਰ ਦੀ, ਜੋ ਸਾਡੀ ਕੰਟੇਨਰ ਦੀ ਆਹ ਵਾਲਾ ਐਜ ਆ ਨਾ, ਇਹਦੇ ਕੋਲ ਦੇਖਾਂਗੇ ਤਾਂ ਸਾਡਾ ਲਿਕੁਇਡ ਆ, ਜਿਹੜਾ ਲਿਕੁਇਡ ਦਾ ਮੋਸ਼ਨ ਹੋਏਗਾ ਜਾਂ ਲਿਕੁਇਡ ਦੀ ਸਪੀਡ ਹੋਏਗੀ ਉਹ ਬਹੁਤ ਥੋੜ੍ਹੀ ਹੋਏਗੀ, ਠੀਕ ਹੈ। ਉਹ ਕਿੰਨੀ ਕੁ ਹੋਏਗੀ, ਮੰਨ ਲਓ ਅਸੀਂ ਇਹਦੇ ਨਾਲ ਰਿਪਰਜੈਂਟ ਕਰ ਲੈਂਦੇ ਹਾਂ, ਲਓ ਜੀ ਅਸਾਂ ਨੇ ਇਹਦੇ ਨਾਲ ਰਿਪਰਜੈਂਟ ਕਰ ਲਈ, ਇੰਨੀ ਕੁ ਸਪੀਡ ਆ, ਠੀਕ ਹੈ। ਅਗਰ ਅਸੀਂ ਉੱਦਾਂ ਹੀ ਸੈਂਟਰ ਬੰਨੀ ਨੂੰ ਜਾਈ ਜਾਂਦੇ ਹਾਂ, ਤੁਸੀਂ ਆਪਣੇ ਘਰ ਦੇ ਵਿੱਚ ਵੀ ਇਹ ਹੈ ਨਾ, ਆਪਣੇ ਗਲਾਸ ਦੇ ਵਿੱਚ ਪਾਣੀ ਲੈ ਕੇ ਉਹਦੇ ਨਾਲ ਆਪਾਂ ਰੋਟੇਟ ਜਾਂ ਸਟੀਰ ਕਰ ਦਈਏ ਕਿਸੇ ਵੀ ਆਪਾਂ ਸਟਿੱਕ ਦੇ ਨਾਲ, ਠੀਕ ਹੈ। ਇਹ ਤੁਸੀਂ ਓਬਜ਼ਰਵ ਕਰ ਸਕਦੇ ਹੋ। ਜਿਵੇਂ ਜਿਵੇਂ ਅਸੀਂ ਸੈਂਟਰ ਦੇ ਬੰਨੀ ਨੂੰ ਜਾਂਦੇ ਹਾਂ ਤਾਂ ਸਾਡੇ ਲਿਕੁਇਡ ਦਾ ਮੋਸ਼ਨ ਹੈ, ਜੋ ਵੈਲੋਸਿਟੀ ਹੈ, ਜੋ ਇਨਕਰੀਜ਼ ਹੁੰਦੀ ਜਾਂਦੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਫਸਟ ਵਾਰੀ ਲੇਅਰ ਦੀ ਵੈਲੋਸਿਟੀ ਵੇਖੀ ਜੋ ਕੰਟੇਨਰ ਦੇ ਬਿਲਕੁਲ ਨਾਲ ਲੱਗਦੀ ਆ, ਉਹਦੀ ਵੈਲੋਸਿਟੀ ਅਸੀਂ ਇਹਦੇ ਨਾਲ ਡੋਨੇਟ ਕਰ ਲਈ। ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਅੰਦਰ ਨੂੰ ਗਏ, ਠੀਕ ਹੈ, ਸੈਕਿੰਡ ਲੇਅਰ ਬੰਨੀ ਨੂੰ ਗਏ। ਇੱਥੇ ਸਾਡਾ ਜੋ ਲਿਕੁਇਡ ਹੈ ਇਹ ਮੋਸ਼ਨ ਦੇ ਵਿੱਚ ਆ ਇੱਦਾਂ, ਠੀਕ ਹੈ। ਠੀਕ ਹੈ, ਹੁਣ ਜਦੋਂ ਸੈਕਿੰਡ ਲੇਅਰ ਬੰਨੀ ਨੂੰ ਗਏ ਅਸੀਂ ਵੇਖਿਆ ਉਹ ਜਿਹੜੀ
ਸੈਕਿੰਡ ਲੇਅਰ ਦੀ ਵੈਲੋਸਿਟੀ ਹੋਏਗੀ ਉਹ ਥੋੜੀ ਇਹਦੇ ਨਾਲੋਂ ਵੱਧ ਹੋਏਗੀ ਪਹਿਲਾਂ ਵਾਲੀ ਨਾਲੋਂ। ਠੀਕ ਹੈ, ਹੁਣ ਉਸ ਤੋਂ ਬਾਅਦ ਅੱਗੇ ਹੋਰ ਵੇਖਦੇ ਅਸੀਂ ਥਰਡ ਬੰਨੀ ਨੂੰ ਗਏ, ਉਹਦੀ ਵੈਲੋਸਿਟੀ ਹੋਰ ਵੱਧ ਹੋਏਗੀ। ਠੀਕ ਹੈ, ਹੁਣ ਜਿੱਦਾਂ ਜਿੱਦਾਂ ਅਸੀਂ ਅੰਦਰ ਨੂੰ ਜਾਈ ਜਾਂਦੇ ਹਾਂ ਉੱਦਾਂ ਉੱਦਾਂ ਲੇਅਰਸ ਦੀ ਵੈਲੋਸਿਟੀ ਹੈ ਜੋ ਵਧੀ ਜਾਂਦੀ ਹੈ। ਠੀਕ ਹੈ, ਆਹ ਦੇਖੋ ਅਸੀਂ ਅੰਦਰ ਨੂੰ ਜਾਈ ਜਾਂਦੇ ਹਾਂ, ਮਤਲਬ ਕਿ ਸੈਂਟਰ ਦੇ ਬੰਨੇ ਨੂੰ ਜਾਈ ਜਾਂਦੇ ਹਾਂ ਤਾਂ ਸਾਡੇ ਲਿਕੁਇਡ ਦੇ ਲੇਅਰਸ ਦੀ ਵੈਲੋਸਿਟੀ ਹੈ ਜੋ ਵਧੀ ਜਾਂਦੀ ਹੈ। ਠੀਕ ਹੈ, ਠੀਕ ਹੈ ਵੀ ਇੱਦਾਂ ਇਹ ਆਪਣੇ ਕੋਲ ਨਹੀਂ ਸੌਰੀ ਠੀਕ ਹੈ ਵੀ ਇਹ ਕੰਡੀਸ਼ਨ ਆਪਣੇ ਕੋਲ ਬੀਕਰ ਵਾਲੀ ਕੰਡੀਸ਼ਨ ਅਸੀਂ ਫਸਟ ਕੇਸ ਬਾਰੇ ਡਿਸਕਸ ਕਰਿਆ। ਹੁਣ ਸਿਮਿਲਰ ਕੇਸ ਸਾਡੇ ਨਹਿਰ ਵਾਲਾ ਕੇਸ ਆ। ਜਿਹੜੀ ਸਾਡੀ ਲੇਅਰ ਫਸਟ ਲੇਅਰ ਆ ਜੋ ਤਲ ਨਾਲ ਲੱਗਦੀ ਹੈ, ਨਹਿਰ ਦੀ ਸਤ੍ਹਾ ਦੇ ਨਾਲ ਲੱਗਦੀ ਆ, ਉਹਦੀ ਵੈਲੋਸਿਟੀ ਸਾਰਿਆਂ ਨਾਲੋਂ ਘੱਟ ਹੋਏਗੀ। ਠੀਕ ਹੈ, ਮਤਲਬ ਇਹ ਸਭ ਤੋਂ ਘੱਟ ਸਭ ਤੋਂ ਹੌਲੀ ਤੁਰੇਗੀ ਉਹ, ਅਤੇ ਉਸ ਤੋਂ ਬਾਅਦ ਅਗਲੀ ਦੀ ਹੋਏਗੀ। ਠੀਕ ਹੈ, ਜਿੱਦਾਂ ਜਿੱਦਾਂ ਅਸੀਂ ਉੱਪਰ ਨੂੰ ਜਾਂਦੇ ਜਾਵਾਂਗੇ ਉੱਦਾਂ ਉੱਦਾਂ ਸਾਡੀ ਵੈਲੋਸਿਟੀ ਹੈ ਜੋ ਇਨਕਰੀਜ਼ ਹੁੰਦੀ ਜਾਊਗੀ। ਇਹ ਕਿਉਂ ਆ ਵੀ? ਠੀਕ ਹੈ, ਅਸਾਂ ਨੇ ਕੋਈ ਇੱਦਾਂ ਜਦੋਂ ਅਸੀਂ ਕੰਟੇਨਰ ਦੇ ਵਿੱਚ ਅਸਾਂ ਨੇ ਇੱਦਾਂ ਮੋਸ਼ਨ ਦੇ ਵਿੱਚ ਲਿਕੁਇਡ ਨੂੰ ਲੈ ਕੇ ਆਂਦਾ ਕਿ ਅਸਾਂ ਨੇ ਕੋਈ ਸੈਂਟਰ 'ਤੇ ਫੋਰਸ ਜ਼ਿਆਦਾ ਲਗਾਈ ਤੀ ਵੀ ਤਾਂ ਕਰਕੇ ਸੈਂਟਰ ਵਾਲਾ ਲਿਕੁਇਡ ਹੈ ਜੋ ਉਹ ਜ਼ਿਆਦਾ ਵੈਲੋਸਿਟੀ ਨਾਲ ਮੂਵ ਕਰ ਰਿਹਾ ਐਜ਼ ਕੰਪੇਅਰ ਟੂ ਦੀ ਸਰਫੇਸ ਵਾਲਾ ਲਿਕੁਇਡ। ਠੀਕ ਹੈ, ਇੱਦਾਂ ਦੀ ਕੋਈ ਫੋਰਸ ਅਸੀਂ ਜ਼ਿਆਦਾ ਤਾਂ ਲਗਾਈ ਨਹੀਂ ਹੈਗੀ, ਬਟ ਇਹ ਕਿਉਂ ਆ? ਠੀਕ ਹੈ, ਇਹ ਰੀਜ਼ਨ ਤੁਸੀਂ ਇੱਥੇ ਧਿਆਨ ਨਾਲ ਸੁਣੋ। ਹੁਣ ਇੱਥੇ ਦੋਨੋਂ ਕੇਸਿਸ ਦੇ ਵਿੱਚ ਵੇਖੋ ਸਟੂਡੈਂਟਸ, ਜਿਵੇਂ ਜਿਵੇਂ ਅਸੀਂ ਇੱਧਰੋਂ ਬੀਕਰ ਦੇ ਵਿੱਚ ਸੈਂਟਰ ਬੰਨੀ ਨੂੰ ਜਾਈ ਜਾਂਦੇ ਹਾਂ ਅਤੇ ਆਪਣੀ ਨਹਿਰ ਦੇ ਕੇਸ ਦੇ ਵਿੱਚ ਜਦੋਂ ਇਹ ਅਪਰ ਸਰਫੇਸ ਬੰਨੀ ਨੂੰ ਜਾਈ ਜਾਂਦੇ ਆ ਤਾਂ ਸਾਡੇ ਲੇਅਰਸ ਦੀ ਵੈਲੋਸਿਟੀ ਹੈ ਜੋ ਇਨਕਰੀਜ਼ ਹੁੰਦੀ ਜਾਂਦੀ ਆ। ਜਾਂ ਫਿਰ ਅਸੀਂ ਇਹਨੂੰ ਓਪੋਜਿਟ ਕਹਿੰਦੇ ਹਾਂ ਵੀ ਸੈਂਟਰ ਤੋਂ ਬੀਕਰ ਦੀਆਂ ਸਾਈਡਸ ਬੰਨੀ ਨੂੰ ਜਾਈ ਜਾਂਦੇ ਆ, ਜਾਂ ਅਸੀਂ ਅਪਰ ਸਰਫੇਸ ਤੋਂ ਨਹਿਰ ਦੇ ਤਲ ਬੰਨੀ ਨੂੰ ਜਾਈ ਜਾਂਦੇ ਆ ਤਾਂ ਜਿਹੜੀ ਲੇਅਰਸ ਦੀ ਵੈਲੋਸਿਟੀ ਹੈ ਡਿਕਰੀਜ਼ ਹੁੰਦੀ ਹੈ। ਇਹ ਲੇਅਰ ਦੀ ਵੈਲੋਸਿਟੀ ਡਿਕਰੀਜ਼ ਕਿਉਂ ਹੁੰਦੀ ਆ? ਇਹਦੇ ਪਿੱਛੇ ਕੀ ਕਾਰਨ ਆ? ਅਸੀਂ ਉਹੀਓ ਵੇਖਦੇ ਹਾਂ। ਇੱਥੇ ਵੇਖੋ, ਸਭ ਤੋਂ ਪਹਿਲਾਂ ਅਸੀਂ ਆਹ ਕੇਸ ਦੀ ਡਿਸਕਸ ਕਰਦੇ ਹਾਂ। ਇੱਥੇ ਜੋ ਫਸਟ ਲੇਅਰ ਆ ਸਾਡੀ ਆਹ ਵਾਲੀ ਰੈੱਡ ਨਾਲ ਜੋ ਦਰਸਾਈ ਗਈ ਆ, ਇਹਦੇ ਨਾਲ ਜੋ ਸਾਡਾ ਨਹਿਰ ਦਾ ਤਲ ਹੈ ਉਹ ਬਿਲਕੁਲ ਸਟੇਸ਼ਨਰੀ ਸਟੇਟ ਦੇ ਵਿੱਚ ਆ, ਮਤਲਬ ਕਿ ਖੜਾ ਉਹ ਸਟੈਟਿਕ ਸਟੇਟ ਆ। ਠੀਕ ਹੈ, ਇਹ ਜੋ ਨਹਿਰ ਦਾ ਤਲ ਆ ਨਾ, ਇਹ ਇੱਕ ਫੋਰਸ ਲਗਾ ਰਿਹਾ ਫਸਟ ਲੇਅਰ ਨੂੰ, ਬੈਕਵਰਡ ਨੂੰ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਵਿਸਕਸ ਡਰੈਗ ਕਹਿੰਦੇ ਹਾਂ। ਇੱਕ ਬੈਕਵਰਡ ਨੂੰ ਫੋਰਸ ਲਗਾਈ ਜਾ ਰਹੀ ਆ ਫਸਟ ਲੇਅਰ ਨੂੰ ਆਪਣੇ ਨਹਿਰ ਦੇ ਤਲ ਦੁਆਰਾ। ਇੱਦਾਂ ਹੀ ਸੇਮ ਬੀਕਰ ਦੇ ਵਿੱਚ ਵੀ, ਬੀਕਰ ਦੀ ਜੋ ਸਾਈਡ ਆ ਉਹ ਤਾਂ ਇੱਕ ਸਟੇਸ਼ਨਰੀ ਸਟੇਟ ਦੇ ਵਿੱਚ ਆ। ਜਦੋਂ ਲਿਕੁਇਡ ਮੋਸ਼ਨ ਦੇ ਵਿੱਚ ਆ ਤਾਂ ਜੋ ਫਸਟ ਲੇਅਰ ਆਪਣੇ ਕੰਟੈਕਟ ਦੇ ਵਿੱਚ ਆਉਂਦੀ ਹੈ ਆਪਣੇ ਬੀਕਰ ਦੀ ਸਾਈਡ ਨੂੰ, ਤਾਂ ਬੀਕਰ ਦੀ ਸਾਈਡ ਇੱਕ ਫੋਰਸ ਲਗਾ ਰਹੀ ਆ। ਅਸੀਂ ਉਹਨੂੰ ਫੋਰਸ ਆਫ ਫ੍ਰਿਕਸ਼ਨ ਵੀ ਸੌਖੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ, ਜੋ ਮੋਸ਼ਨ ਨੂੰ ਸਾਡੇ ਨੂੰ ਅਪੋਜ਼ ਕਰ ਰਹੀ ਆ। ਠੀਕ ਹੈ, ਹੁਣ ਦੇਖੋ ਸਾਡੇ ਫਸਟ ਲੇਅਰ ਦੇ ਮੋਸ਼ਨ ਨੂੰ ਰਿਜਿਡ ਸਰਫੇਸ ਨੇ, ਫਸਟ ਕੇਸ ਦੇ ਵਿੱਚ ਵੀ ਰਿਜਿਡ ਸਰਫੇਸ ਆ, ਸੈਕਿੰਡ ਕੇਸ ਦੇ ਵਿੱਚ ਰਿਜਿਡ ਸਰਫੇਸ ਆ, ਦੋਨਾਂ ਨੇ ਅਪੋਜ਼ ਕਰਿਆ। ਇਸ ਕਰਕੇ ਸਾਡੀ ਲੇਅਰ ਹੈ ਜੋ ਵੈਲੋਸਿਟੀ ਆ ਉਹਦੀ ਥੋੜ੍ਹੀ ਰਹਿ ਗਈ ਆ। ਠੀਕ ਹੈ, ਹੁਣ ਸੈਕਿੰਡ ਲੇਅਰ ਦੀ ਗੱਲ ਕਰਦੇ ਹਾਂ। ਸੈਕਿੰਡ ਲੇਅਰ ਤੁਹਾਡੀ ਬਲੈਕ ਮਾਰਕਰ ਨਾਲ ਦਿਖਾਈ ਗਈ ਹੈ ਅਤੇ ਜਿਹੜੀ ਉਹਦੀ ਫਸਟ ਲੇਅਰ ਉਹਦੇ ਨੀਚੇ ਆ ਉਹ ਰੈੱਡ ਮਾਰਕਰ ਨਾਲ ਦਰਸਾਈ ਗਈ ਹੈ। ਠੀਕ ਹੈ, ਹੁਣ ਸਾਡੀ ਆਹ ਹੈਗੀ ਹੈ ਸੈਕਿੰਡ ਲੇਅਰ, ਆਹ ਹੈਗੀ ਹੈ ਫਸਟ ਲੇਅਰ। ਠੀਕ ਹੈ, ਫਸਟ ਲੇਅਰ ਹੈ ਜੋ ਸਾਡੀ ਸੈਕਿੰਡ ਲੇਅਰ ਦੇ ਮੋਸ਼ਨ ਨੂੰ, ਸੈਕਿੰਡ ਲੇਅਰ ਦਾ ਮੋਸ਼ਨ ਕਿੱਧਰ ਨੂੰ ਆ? ਰਾਈਟ ਬੰਨੀ ਨੂੰ, ਇੱਧਰ ਨੂੰ। ਜੋ ਫਸਟ ਲੇਅਰ ਸਾਡੇ ਸੈਕਿੰਡ ਲੇਅਰ ਦੇ ਮੋਸ਼ਨ ਨੂੰ ਅਪੋਜ਼ ਕਰ ਰਹੀ ਹੈ। ਠੀਕ ਹੈ, ਇਸ ਕਰਕੇ ਇਹਦੀ ਵੈਲੋਸਿਟੀ ਵੀ ਥੋੜ੍ਹੀ ਡਿਕਰੀਜ਼ ਕਰ ਜਾਣੀ ਆ। ਠੀਕ ਹੈ, ਅਤੇ ਬਟ ਅਸੀਂ ਵੇਖਦੇ ਹਾਂ ਸੈਕਿੰਡ ਲੇਅਰ ਦੀ ਜਿਹੜੀ ਵੈਲੋਸਿਟੀ ਆ ਉਹ ਥੋੜ੍ਹੀ ਜ਼ਿਆਦਾ ਐਜ਼ ਕੰਪੇਅਰ ਟੂ ਦੀ ਫਸਟ ਲੇਅਰ। ਕਿਉਂ? ਕਿਉਂਕਿ ਜਿਹੜੀ ਫਸਟ ਲੇਅਰ ਆ ਉਹਨੂੰ ਤਾਂ ਇੱਕ ਰਿਜਿਡ ਸਪੋਰਟ ਹੈ ਜੋ ਅਪੋਜ਼ ਕਰ ਰਹੀ ਹੈ। ਠੀਕ ਹੈ, ਜਿਹੜੀ ਸੈਕਿੰਡ ਲੇਅਰ ਆ ਉਹਨੂੰ ਇੱਕ ਲੇਅਰ ਹੀ ਅਪੋਜ਼ ਕਰ ਰਹੀ ਹੈ ਜਿਹੜੀ ਆਪ ਖੁਦ ਮੋਸ਼ਨ ਦੇ ਵਿੱਚ ਆ। ਠੀਕ ਹੈ, ਇਸ ਕਰਕੇ ਇੱਥੇ ਜੋ ਓਪੋਜੀਸ਼ਨ ਹੋਊਗੀ ਸੈਕਿੰਡ ਕੇਸ ਦੇ ਵਿੱਚ ਉਹ ਥੋੜ੍ਹੀ ਘੱਟ ਆਫਰ ਕੀਤੀ ਜਾਊਗੀ ਐਜ਼ ਕੰਪੇਅਰ ਟੂ ਦੀ ਰਿਜਿਡ ਸਪੋਰਟ ਨਾਲ, ਜੋ ਸਾਡੇ ਫ੍ਰਿਕਸ਼ਨ ਦੀ ਫੋਰਸ ਹੈ ਜੋ ਅਪੋਜ਼ ਕੀਤੀ ਗਈ ਹੈ। ਠੀਕ ਹੈ, ਇੱਦਾਂ ਹੀ ਸਟੂਡੈਂਟਸ ਅਸੀਂ ਉੱਪਰ ਨੂੰ ਜਾਂਦੇ ਜਾਵਾਂਗੇ ਅਤੇ ਜਿਹੜੀ ਫੋਰਸ ਆ ਓਪੋਜੀਸ਼ਨ ਫੋਰਸ ਆ ਉਹ ਘਟਦੀ ਜਾਣੀ ਆ ਅਤੇ ਸਾਡੀ ਲੇਅਰਸ ਦੀ ਵੈਲੋਸਿਟੀ ਹੈ ਜੋ ਇਨਕਰੀਜ਼ ਹੁੰਦੀ ਜਾਣੀ ਆ। ਠੀਕ ਹੈ, ਜਿਹੜੀ ਇਹ ਓਪੋਜੀਸ਼ਨ ਫੋਰਸ ਆ, ਠੀਕ ਹੈ, ਓਪੋਜ਼ਿੰਗ ਫੋਰਸ ਹੈ ਜਿਹੜੀ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਵਿਸਕਸ ਡਰੈਗ ਕਹਿੰਦੇ ਹਾਂ, ਵਿਸਕਸ ਡਰੈਗ। ਠੀਕ ਹੈ, ਇਹ ਵਿਸਕਸ ਡਰੈਗ ਕਾਹਦੇ ਕਾਰਨ ਆਉਂਦਾ ਲਿਕੁਇਡ ਦੇ ਵਿੱਚ? ਜਿਹੜੀ ਪ੍ਰੋਪਰਟੀ ਕਾਰਨ ਵਿਸਕਸ ਡਰੈਗ ਜਾਂ ਓਪੋਜ਼ਿੰਗ ਫੋਰਸ ਆਉਂਦੀ ਆ ਲਿਕੁਇਡ ਦੇ ਵਿੱਚ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਵਿਸਕੋਸਿਟੀ ਕਹਿੰਦੇ ਹਾਂ। ਹੁਣ ਡੈਫੀਨੇਸ਼ਨ ਦੇਖੋ ਵਰਡਿੰਗ ਦੇ ਵਿੱਚ ਕਿੱਦਾਂ ਲਿਖਦੇ ਹਾਂ? ਦੀ property of liquid by virtue of which
opposition is experienced by the moving layers of the liquid। ठीक है, ਸੌਖੇ ਸ਼ਬਦਾਂ ਦੇ ਵਿੱਚ ਹੁਣ ਤੁਹਾਨੂੰ ਦੱਸਦਾ, ਜਦੋਂ ਸਾਡਾ ਲਿਕੁਇਡ ਮੋਸ਼ਨ ਦੇ ਵਿੱਚ ਆ ਤਾਂ ਕੀ ਹੁੰਦਾ, ਜਿਉਂ ਦੇ ਲਿਕੁਇਡ ਦੇ ਲੇਅਰਸ ਨੇ ਇੱਕ ਦੂਸਰੇ ਦੇ ਉੱਪਰ ਮੂਵ ਕਰਦੀਆਂ ਨੇ। ਠੀਕ ਹੈ, ਹੁਣ ਅਸੀਂ ਇਹ ਦੋ ਲੇਅਰਸ ਲੈ ਲੈਂਦੇ ਹਾਂ। ਠੀਕ ਹੈ, ਜਦੋਂ ਇੱਕ ਲੇਅਰ ਦੂਜੀ ਲੇਅਰ ਦੇ ਉੱਪਰ ਮੂਵ ਕਰਦੀ ਆ ਤਾਂ ਆਹ ਲੇਅਰ ਹੈ ਸੈਕਿੰਡ ਵਾਲੀ, ਫਸਟ ਵਾਲੀ ਹੈ ਸੈਕਿੰਡ ਵਾਲੀ ਲੇਅਰ ਦੇ ਉੱਪਰ ਇੱਕ ਆਪੋਜੀਸ਼ਨ ਹੈ ਜਿਹਨੂੰ ਅਸੀਂ ਕੀ ਕਹਿੰਦੇ ਆ, ਵਿਸਕਸ ਡਰੈਗ। ਠੀਕ ਹੈ, ਫੋਰਸ ਲਗਾਉਂਦੀ ਆ। ਇਹ ਫੋਰਸ ਕਿਹਦੇ ਕਾਰਨ ਆਉਂਦੀ ਆ, ਕਿਸ ਪ੍ਰੋਪਰਟੀ ਕਾਰਨ ਆਉਂਦੀ ਆ, ਉਹ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਆ, ਵਿਸਕੋਸਿਟੀ ਕਹਿੰਦੇ ਆ। ਠੀਕ ਹੈ, ਹੁਣ ਦੇਖੋ ਸਾਡਾ ਫਸਟ ਮਕਸਦ ਕੀ ਸੀ, ਵਿਸਕੋਸਿਟੀ ਕਰਨਾ ਸੀ। ਹੁਣ ਅਸੀਂ ਨੈਕਸਟ ਅੱਗੇ ਵਧਦੇ ਹਾਂ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਕੰਨੀ ਨੂੰ। ਕੋਐਫੀਸ਼ੀਐਂਟ ਆਫ ਵਿਸਕੋਸਿਟੀ। ਠੀਕ ਹੈ, ਇੱਥੇ ਸਾਡੇ ਕੋਲ ਕੀ ਹੈ, ਰਿਜਿਡ ਸਪੋਰਟ ਹੈ, ਰਿਜਿਡ ਸਰਫੇਸ ਲਗਾ ਸਕਦੇ ਹਾਂ। ਠੀਕ ਹੈ, ਅਸੀਂ ਜਿਉਂ-ਜਿਉਂ ਉੱਪਰ ਨੂੰ ਜਾਂਦੇ ਹਾਂ ਸਾਡੀ ਵੈਲੋਸਿਟੀ ਹੈ ਜੋ ਸਰਫੇਸ ਦੀ ਇਨਕਰੀਜ਼ ਹੁੰਦੀ ਜਾਂਦੀ ਆ, ਸੌਰੀ ਲੇਅਰਸ ਦੀ, ਅਤੇ ਉੱਪਰ ਨੂੰ ਸਾਡਾ ਕੀ ਇਨਕਰੀਜ਼ ਕਰ ਰਿਹਾ, ਹਾਈਟ ਇਨਕਰੀਜ਼ ਕਰ ਰਹੀ ਹੈ। ਅਸੀਂ ਇਹਨੂੰ ਐਕਸ ਨਾਲ ਡਿਨੋਟ ਕਰ ਸਕਦੇ ਹਾਂ। ਅਸੀਂ ਮੰਨ ਲਓ ਸਾਡੇ ਇਹਦੇ ਉੱਪਰ ਇੱਥੇ ਤੱਕ ਐਕਸ ਨਾਲ ਡਿਨੋਟ ਕਰੀ ਅਤੇ ਇਹਨਾਂ ਲੇਅਰਸ ਦੇ ਵਿੱਚ ਜੋ ਡਿਸਟੈਂਸ ਆ ਡੀ ਐਕਸ ਨਾਲ ਡਿਨੋਟ ਕਰ ਦਿੱਤਾ। ਅਸੀਂ ਦੋ ਲੇਅਰਸ ਲੈਂਦੇ ਹਾਂ, ਇੱਕ ਨੂੰ ਅਸੀਂ ਏ ਨਾਲ ਡਿਨੋਟ ਕਰਦੇ ਹਾਂ, ਜੋ ਰੈੱਡ ਵਾਲੀ ਲੇਅਰ ਆ ਉਹ ਏ ਨਾਲ ਆ। ਠੀਕ ਹੈ, ਏ ਲੇਅਰ ਆ, ਜੋ ਸੈਕਿੰਡ ਵਾਲੀ ਲੇਅਰ ਆ ਬਲੈਕ ਵਾਲੀ, ਉਹਨੂੰ ਅਸੀਂ ਬੀ ਲੇਅਰ ਦਾ ਨਾਮ ਦੇ ਦਿੱਤਾ। ਠੀਕ ਹੈ, ਹੁਣ ਜੋ ਸਾਡੀ ਰੈੱਡ ਵਾਲੀ ਲੇਅਰ ਆ, ਅਸੀਂ ਇਹਦੀ ਵੈਲੋਸਿਟੀ ਵੇਖਦੇ ਹਾਂ। ਅਸੀਂ ਵੈਲੋਸਿਟੀ ਅਗਰ ਇਹਦੀ ਵੀ ਕੰਸੀਡਰ ਕਰਦੇ ਹਾਂ ਤਾਂ ਸੈਕਿੰਡ ਵਾਲੇ ਦੀ ਕੀ ਹੋਊਗੀ, ਵੀ ਪਲੱਸ ਡੀ ਵੀ ਹੋਏਗੀ, ਕਿਉਂਕਿ ਉੱਪਰ ਨੂੰ ਵੈਲੋਸਿਟੀ ਹੈ ਜੋ ਇਨਕਰੀਜ਼ ਹੁੰਦੀ ਜਾਂਦੀ ਹੈ। ਠੀਕ ਹੈ, ਹੁਣ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਕੱਢਣ ਵੇਲੇ ਇੱਕ ਟਰਮ ਆਊ ਸਾਨੂੰ, ਵੈਲੋਸਿਟੀ ਗ੍ਰੇਡੀਐਂਟ। ਠੀਕ ਹੈ, ਅਗਰ ਅਸੀਂ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਧਿਆਨ ਨਾਲ ਸਮਝਣਾ ਤਾਂ ਸਾਨੂੰ ਉਹ ਵੈਲੋਸਿਟੀ ਗ੍ਰੇਡੀਐਂਟ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਠੀਕ ਹੈ, ਵੈਲੋਸਿਟੀ ਗ੍ਰੇਡੀਐਂਟ ਨੂੰ ਅਸੀਂ ਕਿੱਦਾਂ ਲਿਖਦੇ ਹਾਂ, ਡੀ ਵੀ ਡਿਵਾਈਡਡ ਬਾਏ ਡੀ ਐਕਸ। ਠੀਕ ਹੈ, ਜਿੱਦਾਂ ਜਿੱਦਾਂ ਸਾਡੇ ਲੇਅਰਸ ਦੇ ਵਿੱਚ ਡਿਸਟੈਂਸ ਵੇਰੀ ਕਰ ਰਿਹਾ, ਜਿੱਦਾਂ ਜਿੱਦਾਂ ਸਾਡੇ ਲੇਅਰਸ ਦੇ ਵਿੱਚ ਡਿਸਟੈਂਸ ਵੇਰੀ ਕਰ ਰਿਹਾ, ਵੈਲੋਸਿਟੀ ਕਿੱਦਾਂ ਵੇਰੀ ਕਰ ਰਹੀ ਹੈ। ਠੀਕ ਹੈ, ਉਹਦੇ ਅਕੋਰਡਿੰਗ ਅਸੀਂ ਉਹਨੂੰ ਕੀ ਕਹਿੰਦੇ ਹਾਂ, ਵੈਲੋਸਿਟੀ ਗ੍ਰੇਡੀਐਂਟ। ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਦੀ ਡਿਸਟੈਂਸ ਬਿਟਵੀਨ ਦੀ ਲੇਅਰਸ। ਐਕਸ ਕੀ ਹੈ ਸਾਡਾ, ਡਿਸਟੈਂਸ ਬਿਟਵੀਨ ਦੀ ਲੇਅਰਸ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਵੈਲੋਸਿਟੀ ਗ੍ਰੇਡੀਐਂਟ। ਵੈਲੋਸਿਟੀ ਗ੍ਰੇਡੀਐਂਟ। ਅਸੀਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੰਨ ਲਓ ਸਾਡੀ ਫਸਟ ਲੇਅਰ ਆ ਵਾਲੀ, ਬਲੈਕ ਵਾਲੀ ਆ। ਠੀਕ ਹੈ, ਫਸਟ ਲੇਅਰ ਬਾਰੇ ਅਸੀਂ ਡਾਟਾ ਲਿਖਦੇ ਹਾਂ, ਇਹਦੀ ਵੈਲੋਸਿਟੀ ਹੈਗੀ ਆ 10 ਮੀਟਰ ਪਰ ਸੈਕਿੰਡ। ਠੀਕ ਹੈ, ਜਨਰਲ ਡਾਟਾ ਲੈਂਦੇ ਹਾਂ ਆਪਾਂ ਇੱਕ। ਉਸ ਤੋਂ ਬਾਅਦ ਸੈਕਿੰਡ ਵਾਲੀ ਦੀ ਲੇਅਰ ਦੀ ਵੈਲੋਸਿਟੀ ਹੈਗੀ ਆ 20 ਮੀਟਰ ਪਰ ਸੈਕਿੰਡ। ਦੋਨਾਂ ਲੇਅਰਸ ਦੇ ਵਿੱਚ ਡਿਸਟੈਂਸ ਕਿੰਨਾ, ਦੋਨਾਂ ਲੇਅਰਸ ਦੇ ਵਿੱਚ ਡਿਸਟੈਂਸ ਮੰਨ ਲਓ ਅਸੀਂ 1 ਮੀਟਰ ਮੰਨ ਲਓ, ਇਕੁਅਲ ਟੂ ਐਕਸ। ਠੀਕ ਹੈ, ਡੀ ਐਕਸ ਕਹਿ ਸਕਦੇ ਹਾਂ, ਡੀ ਐਕਸ ਇਜ਼ ਇਕੁਅਲ ਟੂ 1 ਮੀਟਰ। ਵੈਸੇ ਇੰਨਾ ਹੋ ਨਹੀਂ ਸਕਦਾ ਕਿਉਂਕਿ ਲੇਅਰਸ ਦਾ ਬਹੁਤ ਕਲੋਜ਼ਲੀ ਹੁੰਦੀਆਂ ਨੇ, ਬਟ ਅਸੀਂ ਵੈਸੇ ਡਾਟਾ ਸਮਝਣ ਦੇ ਤੌਰ 'ਤੇ ਲੈ ਕੇ ਚੱਲਦੇ ਹਾਂ। ਦੋਨਾਂ ਲੇਅਰ ਦੇ ਵਿੱਚ ਡਿਸਟੈਂਸ ਹੈਗਾ ਡੀ ਐਕਸ, ਸੌਰੀ ਇਕੁਅਲ ਟੂ 1 ਮੀਟਰ ਹੈ। ਫਸਟ ਲੇਅਰ ਦੀ 10 ਮੀਟਰ ਪਰ ਸੈਕਿੰਡ ਹੈ, ਸੈਕਿੰਡ ਲੇਅਰ ਦੀ 20 ਮੀਟਰ ਪਰ ਸੈਕਿੰਡ ਕੀ ਹੈ, ਵੈਲੋਸਿਟੀ ਹੈ। ਠੀਕ ਹੈ, ਹੁਣ ਅਸਾਂ ਨੇ ਜੇ ਵੈਲੋਸਿਟੀ ਗ੍ਰੇਡੀਐਂਟ ਕੱਢਣਾ ਹੋਵੇ ਕੀ ਆਊਗਾ, ਡੀ ਵੀ ਡਿਵਾਈਡਡ ਬਾਏ ਡੀ ਐਕਸ। ਵੈਲੋਸਿਟੀ ਕਿੰਨੀ ਵੇਰੀ ਕਰ ਰਹੀ ਹੈ, 20 ਮਾਈਨਸ 10। ਠੀਕ ਹੈ, ਚੇਂਜ ਇਨ ਵੈਲੋਸਿਟੀ ਕੀ ਹੈ, 20 ਮਾਈਨਸ 10 ਮੀਟਰ ਪਰ ਸੈਕਿੰਡ ਡਿਵਾਈਡਡ ਬਾਏ ਡੀ ਐਕਸ। ਡਿਸਟੈਂਸ ਕਿੰਨਾ ਉਹਨਾਂ ਦੇ ਵਿੱਚ ਵੇਰੀ ਕਰ ਰਿਹਾ, 1 ਮੀਟਰ। ਇਟ ਇਜ਼ ਇਕੁਅਲ ਟੂ 10 ਮੀਟਰ ਪਰ ਸੈਕਿੰਡ ਡਿਵਾਈਡਡ ਬਾਏ 1, ਮਤਲਬ ਕਿ ਡੀ ਵੀ ਡਿਵਾਈਡਡ ਬਾਏ ਡੀ ਐਕਸ 10 ਮੀਟਰ ਪਰ ਸੈਕਿੰਡ ਆ ਗਿਆ। ਇੱਦਾਂ ਅਸੀਂ ਵੈਲੋਸਿਟੀ ਗ੍ਰੇਡੀਐਂਟ ਕੱਢ ਸਕਦੇ ਹਾਂ। ਠੀਕ ਹੈ, ਹੁਣ ਸਿਮਿਲਰ ਕੇਸ ਦੇ ਵਿੱਚ ਵੇਖੋ, ਸਾਡੇ ਕੋਲ ਇੱਕ ਲੇਅਰ ਅਸਾਂ ਨੇ ਏ ਲਈ ਆ, ਸੈਕਿੰਡ ਲੇਅਰ ਸਾਨੇ ਵੀ ਲਈ ਆ। ਇਹਦਾ ਵੈਲੋਸਿਟੀ ਗ੍ਰੇਡੀਐਂਟ ਕੀ ਆਏਗਾ, ਚੇਂਜ ਇਨ ਵੈਲੋਸਿਟੀ ਕਿੰਨੀ ਹੈ ਸਾਡੇ ਕੋਲ, ਪਹਿਲਾਂ ਵੀ ਸੀ, ਬਾਅਦ ਦੇ ਵਿੱਚ ਕੀ ਹੋਊਗੀ, ਵੀ ਪਲੱਸ ਡੀ ਵੀ। ਠੀਕ ਹੈ, ਵੈਲੋਸਿਟੀ ਗ੍ਰੇਡੀਐਂਟ ਚੇਂਜ ਇਨ ਵੈਲੋਸਿਟੀ ਡੀ ਵੀ ਹੈ, ਡਿਵਾਈਡਡ ਬਾਏ ਡਿਸਟੈਂਸ ਕਿੰਨਾ ਇਹਨਾਂ ਦੇ ਵਿਚਾਲੇ, ਉਹ ਅਸੀਂ ਪ੍ਰੋਪਰਲੀ ਮੈਂਸ਼ਨ ਕਰ ਹੀ ਚੁੱਕੇ ਹਾਂ, ਡੀ ਐਕਸ ਆ। ਠੀਕ ਹੈ, ਇਹਨੂੰ ਅਸੀਂ ਡੀ ਐਕਸ ਨਾਲ ਡਿਵਾਈਡ ਕਰ ਦਾਂਗੇ, ਇਹ ਸਾਡੇ ਕੋਲ ਕੀ ਆ ਗਿਆ, ਵੈਲੋਸਿਟੀ ਗ੍ਰੇਡੀਐਂਟ ਆ ਗਿਆ। ਠੀਕ ਹੈ, ਉਸ ਤੋਂ ਬਾਅਦ ਹੁਣ ਵੇਖਦੇ ਹਾਂ ਨਿਊਟਨ ਜੀ ਆਏ ਆਪਣੇ ਕੋਲੇ। ਨਿਊਟਨ ਜੀ ਉਹਨਾਂ ਨੇ ਕੀ ਕਿਹਾ,
उन्होंने ये आख्या जी साड़ी लेयर्स के विचाले फोर्स लग रही है जी लेयर्स के विचाले उन्होंने की कहा सी विस्कस ड्रैग कहा दी जो विस्कस ड्रैग आ वो प्रपोर्शनल टू दी कंटैक्ट एरिया ठीक है ਜਿਹੜਾ ਹੁਣ ਆ ਫਸਟ ਲੇਅਰ ਸੈਕੰਡ ਲੇਅਰ ਹੈ ਇਹ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਨੇ ਹੈ ਨਾ ਕੰਟੈਕਟ ਏਰੀਆ ਜਿੰਨਾ ਜ਼ਿਆਦਾ ਹੋ ਕਹਿੰਦੇ ਉਹ ਉਨੀ ਫੋਰਸ ਜ਼ਿਆਦਾ ਹੋਊਗੀ ਜਿੰਨਾ ਕੰਟੈਕਟ ਏਰੀਆ ਸਾਡਾ ਘੱਟ ਹੋਊਗਾ ਲੇਅਰਸ ਦਾ ਉਨੀ ਹੈ ਜੋ ਬੈਕਵਰਡ ਓਪੋਜ਼ਿੰਗ ਫੋਰਸ ਹੈ ਜੋ ਸਾਡੀ ਥੋੜੀ ਹੋਏਗੀ ਠੀਕ ਹੈ ਹੁਣ ਉਹਨੇ ਐਫ ਬਾਰੇ ਦੱਸਿਆ ਸੀ ਐਫ ਇਜ਼ ਇਕੁਅਲ ਟੂ ਐਫ ਇਜ਼ ਪ੍ਰਪੋਰਸ਼ਨਲ ਟੂ ਕਿਹੜੀ ਐਫ ਦੀ ਗੱਲ ਕਰ ਰਿਹਾ ਵਿਸਕਸ ਫੋਰਸ ਦੀ ਵਿਸਕਸ ਫੋਰਸ ਲਿਖ ਸਕਦੇ ਹਾਂ ਇੱਥੇ ਵਿਸਕਸ ਫੋਰਸ ਦੀ ਗੱਲ ਕਰ ਰਿਹਾ ਐਫ ਇਜ਼ ਪ੍ਰਪੋਰਸ਼ਨਲ ਟੂ ਦੀ ਏਰੀਆ ਆਫ ਕੰਟੈਕਟ ਜਿਹੜਾ ਸਾਡਾ ਲੇਅਰਸ ਦਾ ਏਰੀਆ ਠੀਕ ਹੈ ਜਿੰਨਾ ਏਰੀਆ ਆਫ ਕੰਟੈਕਟ ਜ਼ਿਆਦਾ ਹੋਏਗਾ ਸਾਡੀ ਵਿਸਕਸ ਡਰੈਗ ਜ਼ਿਆਦਾ ਹੋਏਗਾ ਜਿੰਨਾ ਏਰੀਆ ਆਫ ਕੰਟੈਕਟ ਘੱਟ ਹੋਏਗਾ ਤਾਂ ਵਿਸਕਸ ਡਰੈਗ ਘੱਟ ਹੋਏਗਾ ਠੀਕ ਹੈ ਹੁਣ ਉਹਨਾਂ ਨੇ ਇੱਕ ਦੂਜੀ ਗੱਲ ਹੋਰ ਕਹੀ ਸੀ ਦੂਜੀ ਗੱਲ ਇਹ ਕਹੀ ਸੀ ਵੀ ਵਿਸਕਸ ਫੋਰਸ ਵੀ ਐਫ ਵੀ ਇਜ਼ ਪ੍ਰਪੋਰਸ਼ਨਲ ਟੂ ਦੀ ਵੈਲੋਸਿਟੀ ਗ੍ਰੇਡੀਐਂਟ ਡੀ ਵੀ ਡਿਵਾਈਡਡ ਬਾਈ ਡੀ ਐਕਸ ਇਹਨੂੰ ਅਸੀਂ 1 ਇਕੁਏਸ਼ਨ ਲੈਂਦੇ ਹਾਂ ਇਹਨੂੰ ਅਸੀਂ ਸੈਕੰਡ ਇਕੁਏਸ਼ਨ ਲੈਂਦੇ ਹਾਂ ਦੋਨਾਂ ਨੂੰ ਇਕੱਠੀਆਂ ਕਰਦੇ ਹਾਂ ਹੁਣ ਫਰੋਮ 1 ਐਂਡ 2 ਐਫ ਵਿਸਕਸ ਫੋਰਸ ਇਜ਼ ਪ੍ਰਪੋਰਸ਼ਨਲ ਟੂ A into dv divided by dx f is equal to ਇੱਥੇ ਅਸੀਂ ਪ੍ਰਪੋਰਸ਼ਨੈਲਿਟੀ ਨੂੰ ਹਟਾ ਕੇ ਇੱਕ ਕੋਫੀਸ਼ੀਐਂਟ ਲੈਂਦੇ ਆ ਕਨਸਟੈਂਟ ਲੈਂਦੇ ਆ ਈਟਾ a dv ਡਿਵਾਈਡਡ ਬਾਈ dx ਠੀਕ ਹੈ ਇਹ ਸਾਡੇ ਕੋਲ ਇੱਕ ਵਿਸਕਸ ਫੋਰਸ ਆ ਗਈ ਜਿਹੜੀ ਸਾਡੀ ਲੇਅਰਸ ਦੇ ਉੱਪਰ ਲੱਗ ਰਹੀ ਆ ਠੀਕ ਹੈ ਈਟਾ ਕੀ ਹੈ ਇੱਥੇ ਦੇਖੋ ਈਟਾ ਸਾਡਾ ਕੀ ਕਹਿੰਦਾ ਈਟਾ ਹੈਗਾ ਸਾਡਾ ਕੋਫੀਸ਼ੀਐਂਟ ਆਫ ਵਿਸਕੋਸਿਟੀ ठीक है तो आह वाला माइनस साइन की इंडीकेट करता साडा ये माइनस साइन ये इंडीकेट करता जी विस्कस फोर्स आ साडी विस्कस फोर्स इज इन ओपोजिट डायरैक्शन ठीक है भी जिस साइड में मोशन होगा जी विस्कस फोर्स होऊ वो ओपोजिट डायरैक्शन के होएगी ठीक है माइनस साइन ए इंडीकेट करता तो ईटा साडा की हो गया कोफीशेंट विस्कोसिटी हो ही गया ठीक है ये साडे कोल की होया हुण असीं कोफीशेंट विस्कोसिटी की वैल्यू कढ़ना चाहते हैं असीं डिफाइन किद्दां करांगे वो वेखदे अगे अगर मैं ईओ वाली इक्वेशन को रीअरेंज करके लिखा तो कितना लिख सकते हैं इनू ईटा इज़ इक्वल टू एफ वी डिवाइडेड बाय ए डी वी बाय डी एक्स ठीक है माइनस का साइन के ले आंदा अपने हुण असीं की करते हैं असीं आह वाले एरिया भी 1 करते हैं तो जिहड़ी आह वाली वेलोसिटी ग्रेडियंट आ इनू भी असीं 1 करते हैं फिर वेखो की आउंदा ईटा इज़ इक्वल टू माइनस द एफ वी बाय 1 इट इज़ इक्वल टू माइनस द एफ वी इक्वल टू ईटा ठीक है ये अपने को आ गया कोफीशेंट ऑफ विस्कोसिटी हुण इत्थों असीं डिफाइन कर सकते हैं डिफाइन असीं किद्दां करांगे कोफीशेंट ऑफ विस्कोसिटी इज़ डिफाइंड एज दी विस्कस फोर्स इनू असीं रीअरेंज करके लिखते हैं इनू इदां लिखो imply that eta is equal to minus the f v coefficient of viscosity is defined as or equal to किहदे इक्वल है ठीक है इत्थों देखो विस्कस फोर्स और ड्रैग भी कह सकते हैं between the layers between the moving layers ठीक है हैविंग प्रॉपर्टीज की ने उन्होंने दिया हैविंग यूनिट एरिया ऑफ कॉन्टैक्ट जिहड़ा उन्होंने एरिया ऑफ कॉन्टैक्ट है यूनिट आ मतलब ए नहीं असां 1 करिया असीं उही चीज़ लिखा ए 1 कर दिता ठीक है वो भी लिखता हुण असीं डी वी बाई डी एक्स 1 करिया थी वो भी असीं इत्थे लिखांगे ठीक है एंड यूनिट वेलोसिटी ग्रेडियंट ठीक है ये होगी साडी अपनी कोफिशिएंट ऑफ विस्कोसिटी दी डेफिनेशन ठीक है हुण देखो
ਸਾਡੇ ਕੋਲ ਕੀ ਹੋ ਚੁੱਕਿਆ, ਸਾਡੇ ਕੋਲ ਵਿਸਕੋਸਿਟੀ ਹੋ ਚੁੱਕਿਆ ਤੇ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਵੀ ਹੋ ਚੁੱਕਿਆ ਤੇ ਇਹਦੇ ਹੁਣ ਅਸੀਂ ਯੂਨਿਟ ਦੀ ਗੱਲ ਕਰਦੇ ਹਾਂ। ਯੂਨਿਟ ਦੀ ਗੱਲ ਕਰਨ ਲਈ ਆਪਾਂ ਲਿਖਦੇ ਹਾਂ FV ਅਪੋਨ A dV/dx। ਠੀਕ ਹੈ, ਮਾਈਨਸ ਸਾਈਨ ਅਸੀਂ ਐਲੀਮੀਨੇਟ ਕਰ ਦਿੱਤਾ ਕਿਉਂਕਿ ਇੱਥੇ ਅਸੀਂ ਯੂਨਿਟ ਦੀ ਹੀ ਗੱਲ ਕਰਨੀ ਆ। ਠੀਕ ਹੈ, ਅਗਰ ਸਟੂਡੈਂਟਸ ਅਸਾਂ ਨੇ ਕਿਸੇ ਵੀ ਕੁਆਂਟਿਟੀ ਦੇ ਯੂਨਿਟ ਕੱਢਣੇ ਹੋਣ ਫਿਰ ਅਸੀਂ ਕੀ ਕਰਦੇ ਹੁੰਦੇ ਹਾਂ, ਜਿਹੜਾ ਉਹਦਾ ਐਕਸਪ੍ਰੈਸ਼ਨ ਹੁੰਦਾ ਉਹਦੇ ਵਿੱਚ ਸਾਰੇ ਦੇ ਸਾਰੇ ਯੂਨਿਟ ਪੁੱਟ ਕਰ ਦਿੰਦੇ ਹਾਂ, ਸਾਡੀ ਉਹ ਕੁਆਂਟਿਟੀ ਦੇ ਯੂਨਿਟ ਆ ਜਾਣਗੇ ਹੈ ਨਾ। ਅਸੀਂ ਕੱਢਣਾ ਚਾਹੁੰਦੇ ਈਟੇ ਦੇ ਯੂਨਿਟ, ਅਸੀਂ ਫਿਰ ਆਪਣੇ ਆਹ ਵਾਲੀ ਕੁਆਂਟੀਟੀਜ਼ ਦੇ ਯੂਨਿਟ ਪੁੱਟ ਕਰਾਂਗੇ ਤਾਂ ਆਪਣੇ ਕੋਲ ਈਟੇ ਦੇ ਯੂਨਿਟ ਆ ਜਾਣਗੇ। ਹੁਣ ਫੋਰਸ ਵੇਖੋ, ਫੋਰਸ ਕਾਹਦੇ ਵਿੱਚ ਮੇਜਰ ਕਰਦੇ ਹੁੰਦੇ ਆ, ਫੋਰਸ ਇਨ ਯੂਨਿਟ ਦੇ ਵਿੱਚ, ਸੌਰੀ ਨਿਊਟਨ ਦੇ ਵਿੱਚ ਮੇਜਰ ਕਰੀ ਜਾਂਦੀ ਹੁੰਦੀ ਆ। ਠੀਕ ਹੈ, ਫੋਰਸ ਅਸੀਂ SI ਯੂਨਿਟ ਦੀ ਗੱਲ ਕਰਦੇ ਹਾਂ, ਇੱਥੇ SI ਯੂਨਿਟ ਅਸੀਂ ਨਿਊਟਨ ਦੇ ਵਿੱਚ ਮੇਜਰ ਕਰਦੇ ਹਾਂ। ਸਾਡੇ ਕੋਲ ਏਰੀਆ SI ਯੂਨਿਟ ਕੀ ਹੈ, ਸਾਡੇ ਕੋਲ ਮੀਟਰ ਦਾ ਸਕੁਅਰ। ਸਿਮਿਲਰਲੀ ਸਾਡੇ ਕੋਲ dV/dx ਆ, dV/dx। ਠੀਕ ਹੈ, ਅਸੀਂ ਪਹਿਲਾਂ dV ਦੇ ਯੂਨਿਟ ਲਿਖਾਂਗੇ, ਉਸ ਤੋਂ ਬਾਅਦ dx ਦੇ ਯੂਨਿਟ ਲਿਖਾਂਗੇ। ਠੀਕ ਹੈ, ਦੇਖੋ ਵੈਲੋਸਿਟੀ ਕੀ ਹੁੰਦੀ ਆ, ਵੈਲੋਸਿਟੀ ਇਜ਼ ਇਕੁਅਲ ਟੂ ਡਿਸਟੈਂਸ ਓਵਰ ਟਾਈਮ। ਠੀਕ ਹੈ, ਰੇਟ ਆਫ ਚੇਂਜ ਆਫ ਡਿਸਟੈਂਸ ਵਿਦ ਰਿਸਪੈਕਟ ਟੂ ਟਾਈਮ ਅਸੀਂ ਕੀ ਕਹਾਂਗੇ, ਵੈਲੋਸਿਟੀ ਹੁੰਦੀ ਆ। ਠੀਕ ਹੈ ਬਈ, ਹੁਣ ਦੇਖੋ ਡਿਸਟੈਂਸ ਦੇ ਯੂਨਿਟ ਕੀ ਹੁੰਦੇ ਨੇ, ਸਾਡੇ ਕੋਲ ਮੀਟਰ ਹੁੰਦੇ ਨੇ, ਟਾਈਮ ਦੇ ਯੂਨਿਟ ਸਾਡੇ ਕੋਲ ਸੈਕਿੰਡ ਹੁੰਦੇ ਆ। SI ਯੂਨਿਟ ਵੈਲੋਸਿਟੀ ਦੇ ਯੂਨਿਟ ਭਰਦੇ ਹਾਂ ਅਸੀਂ, ਇੱਥੇ ਸਾਡੇ ਕੋਲ ਮੀਟਰ ਪਰ ਸੈਕਿੰਡ ਡਿਵਾਈਡਡ ਬਾਈ dx ਦਾ। ਹੁਣ dx ਡਿਸਟੈਂਸ ਆ, ਡਿਸਟੈਂਸ ਨੂੰ ਅਸੀਂ ਮੀਟਰ ਦੇ ਵਿੱਚ ਹੀ ਮੇਜਰ ਕਰਾਂਗੇ। ਠੀਕ ਹੈ ਬਈ, ਹੁਣ ਅਸੀਂ ਆ ਸਾਡਾ ਮੀਟਰ ਦੇ ਨਾਲ ਮੀਟਰ ਕੈਂਸਲ ਹੋ ਗਿਆ ਤਾਂ ਸਾਡੇ ਕੋਲ 1/ਸੈਕਿੰਡ ਆ ਚੁੱਕਿਆ। ਠੀਕ ਹੈ ਬਈ, ਹੁਣ ਦੇਖੋ ਅਸੀਂ ਇੱਥੇ ਵੈਲਿਊਜ਼ ਪੁੱਟ ਕਰਦੇ ਹਾਂ ਈਟੇ ਦੀਆਂ। ਈਟਾ ਇਜ਼ ਇਕੁਅਲ ਟੂ SI ਯੂਨਿਟ, ਫੋਰਸ ਦਾ ਨਿਊਟਨ ਡਿਵਾਈਡਡ ਬਾਈ ਏਰੀਆ ਕਿੰਨਾ ਸਾਡਾ, ਮੀਟਰ ਦਾ ਸਕੁਅਰ। ਠੀਕ ਹੈ ਬਈ, ਉਸ ਤੋਂ ਬਾਅਦ dV/dx ਦਾ 1/s। ਠੀਕ ਹੈ, ਹੁਣ ਵੇਖੋ ਇਹ ਕਿਹਦੇ ਇਕੁਅਲ ਆ ਸਾਡਾ ਚੌਥੇ ਨੰਬਰ ਵਾਲਾ, ਇੱਥੇ ਦੇਖੋ 1 1 2 3 4 ਚੌਥੇ ਨੰਬਰ ਵਾਲਾ ਘੁੰਮ ਕੇ ਉੱਪਰ ਚਲਾ ਜਾਂਦਾ ਹੁੰਦਾ, NS ਡਿਵਾਈਡਡ ਬਾਈ ਮੀਟਰ ਦਾ ਸਕੁਅਰ ਵਿਚ ਇਜ਼ ਅਗੇਨ ਇਕੁਅਲ ਟੂ ਨਿਊਟਨ ਪਰ ਸੈਕਿੰਡ ਮੀਟਰ ਦਾ ਸਕੁਅਰ ਪਰ ਮੀਟਰ ਦਾ ਸਕੁਅਰ। ਠੀਕ ਹੈ, ਈਟੇ ਦਾ ਸਾਡੇ ਦਾ SI ਯੂਨਿਟ ਆ ਚੁੱਕਿਆ। ਠੀਕ ਹੈ, ਹੁਣ ਵੇਖੋ ਅਗਰ ਅਸਾਂ ਨੇ CGS ਯੂਨਿਟ ਕੱਢਣਾ ਹੋਵੇ, CGS ਯੂਨਿਟ ਸਟੂਡੈਂਟਸ ਅਸੀਂ ਇੱਥੋਂ ਹੀ ਚੇਂਜ ਕਰ ਦਾਂਗੇ। CGS ਅਗਰ ਇੱਧਰ SI ਲਿਖਦੇ ਹਾਂ, ਇੱਧਰ ਅਸੀਂ CGS ਲਿਖਦੇ ਹਾਂ। ਠੀਕ ਹੈ, SI ਨਿਊਟਨ ਦੇ ਵਿੱਚ ਫੋਰਸ ਨੂੰ ਮੇਜਰ ਕਰਦਾ ਤੇ CGS ਦੇ ਵਿੱਚ ਡਾਈਨ। ਠੀਕ ਹੈ ਬਈ, ਤੇ ਉਸ ਤੋਂ ਬਾਅਦ ਸੈਕਿੰਡ ਹੀ ਰਹਿੰਦਾ ਤੇ ਆਪਣੇ ਕੋਲ ਮੀਟਰ ਦੇ ਵਿੱਚ ਮੇਜਰ ਕਰਦਾ, ਇੱਧਰ ਸੈਂਟੀਮੀਟਰ ਦੇ ਵਿੱਚ ਮੇਜਰ ਕਰਦਾ CGS ਦੇ ਵਿੱਚ। ਠੀਕ ਹੈ, ਅਸੀਂ ਹੁਣ ਉਹੀ ਵੈਲਿਊਜ਼ ਪੁੱਟ ਕਰਾਂਗੇ ਇੱਥੇ। 1 ਨਿਊਟਨ ਇਜ਼ ਇਕੁਅਲ ਟੂ 10⁵ ਡਾਈਨਸ। ਠੀਕ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ। 1 ਨਿਊਟਨ ਇਜ਼ ਇਕੁਅਲ ਟੂ 10⁵ ਡਾਈਨਸ। 1 ਮੀਟਰ ਇਜ਼ ਇਕੁਅਲ ਟੂ 10⁻², ਇਕੱਲਾ 10⁻² ਸੈਂਟੀਮੀਟਰਸ। ਠੀਕ ਹੈ, ਹੁਣ ਅਸੀਂ ਇਹੋ ਵੈਲਿਊਜ਼ ਇੱਥੇ ਪੁੱਟ ਕਰ ਦੇਣੇ ਆ। ਜਦੋਂ ਪੁੱਟ ਕਰਾਂਗੇ ਫਿਰ ਕੀ ਆਊ ਸਾਡੇ ਕੋਲ 1 10⁵ ਡਾਈਨ ਸੈਕਿੰਡ ਹੈ। ਠੀਕ ਹੈ, 10⁻² ਸੈਂਟੀਮੀਟਰ ਦਾ -2। ਠੀਕ ਹੈ ਬਈ, ਹੁਣ ਵੇਖੋ 10⁵ ਡਾਈਨ ਆ ਗਿਆ, ਸੈਕਿੰਡ ਉੱਦਾਂ ਹੀ ਆ ਤੇ 10⁻⁻4 ਆ ਗਿਆ, ਇਹਨੂੰ ਸੋਲਵ ਕਰਾਂਗੇ ਤੇ ਸੈਂਟੀਮੀਟਰ ਦਾ ਪਾਵਰ -2 ਆ ਗਿਆ। ਠੀਕ ਹੈ, ਹੁਣ ਦੇਖੋ ਇੱਥੇ 10⁵ ਪਿਆ, ਇੱਥੇ 10⁻4 ਪਿਆ ਮਾਈਨਸ ਦਾ, ਉਹ ਵੀ ਤਾਂ ਇਹ ਪਲੱਸ ਹੋ ਜਾਣੇ ਆ। 5 ਦੇ ਵਿੱਚੋਂ 5 ਪਲੱਸ -4 5 - 4 ਵਿਚ ਇਜ਼ ਇਕੁਅਲ ਟੂ 1। ਠੀਕ ਹੈ, 10⁻1 ਡਾਈਨ। ਠੀਕ ਹੈ, ਤੇ 10⁻1 ਡਾਈਨ ਹੋ ਗਿਆ ਤੇ ਉਸ ਤੋਂ ਬਾਅਦ ਆ ਸਾਡੇ ਕੋਲ ਕੈਂਸਲ ਹੋ ਗਿਆ, ਸੈਕਿੰਡ ਆ ਗਿਆ ਤੇ ਸੈਂਟੀਮੀਟਰ ਦੀ ਪਾਵਰ -2 ਆ ਗਿਆ। ਠੀਕ ਹੈ ਬਈ, ਹੁਣ ਦੇਖੋ ਜਿਹੜਾ ਸਾਡੇ ਕੋਲ ਡਾਈਨ ਸੈਕਿੰਡ ਤੇ ਸੈਂਟੀਮੀਟਰ 2 ਇਟ ਇਜ਼ ਇਕੁਅਲ ਟੂ ਪੋਇਸ। ਇੰਨੀ ਸਾਰੀ ਵੈਲਿਊ ਨੂੰ ਅਸੀਂ ਕੀ ਕਹਿੰਦੇ ਆ, ਪੋਇਸ ਕਹਿੰਦੇ ਆ। ਠੀਕ ਹੈ, ਇਹ ਸਾਡੇ ਕੋਲ ਕੀ ਸੀ, 1 ਨਿਊਟਨ ਸੈਕਿੰਡ ਪਰ ਮੀਟਰ ਦਾ ਸਕੁਅਰ ਸੀ SI ਯੂਨਿਟ ਦੇ ਵਿੱਚ। SI ਯੂਨਿਟ ਨੂੰ ਅਸਾਂ ਨੇ ਕਾਹਦੇ 'ਚ ਕਨਵਰਟ ਕਰ ਦਿੱਤਾ, CGS ਯੂਨਿਟ ਦੇ ਵਿੱਚ। ਇਹਨੂੰ ਅਸੀਂ ਕੀ ਕਹਿੰਦੇ ਆ,
poise कहने हैं, विच इज़ इक्वल टू 10 poise। ठीक है, 1 डेका poise इक्वल टू 10 poise। ठीक है, ये साढ़े कोल की आ गए यूनिट आ गए अपने कोएफिशिएंट ऑफ विस्कोसिटी दे। ये साढ़े कोल वाला डन हो गया। ठीक है, अगे वेखने साढ़े कोल नैक्सट की है डिमेंशनल फार्मूला अपने कोएफिशिएंट ऑफ विस्कोसिटी का। ईटा इज इक्वल टू एफ डिवाइडेड बाय ए डी वाई बाय डी एक्स। अगर किसी भी असी क्वांटिटी का डिमेंशनल फार्मूला कढ़ना होवे असी की करते हुंदे आ, उहदे जिहड़े टर्म्स ने एक्सप्रैशन दे विच उहदे डिमेंशनल फार्मूले पुट कर देंगे तो साढ़े कोल सॉल्व करन तो बाद की आ जाऊगा डिमेंशनल फार्मूला फॉर दैट क्वांटिटी आ जाएगा। ठीक है, सब तो पहला असी फोर्स का डिमेंशनल फार्मूला पुट करांगे स्टूडेंट्स, यह की आऊगा एफ एम एल टी माइनस 2। ठीक है, एरिया हुंदा एरिए नूं असीं एल स्केयर नाल डिनोट करते हुंदे, एल डिमेंशनल फार्मूला हो गया। ठीक है, तो असां ने डी वी बाय डी एक्स, डी वी है सब तो पहला असीं वेलोसिटी एल टी माइनस 1 है डिवाइडेड बाय एल आ। ठीक है, असीं इहनूं सॉल्व करांगे हुण। देखो एम एल टी माइनस 2 डिवाइडेड बाय एल दा स्केयर इंटू एल, आह वाली एल तां इहदे नाल कैंसल हो जानी है। ठीक है, इत्थे टी माइनस 1 बचिया। हुण इहनूं सॉल्व करदे आं असीं, आ साडे कोल एम इक्को ही है, एम इदां ही रह गई आ, यह एल हेठां 2 पे ने, इत्थे एल इक्को ही पिया। ठीक है, उपर जाके माइनस का हो जाऊगा तो 1 दे विचों 2 माइनस करिए तो एल माइनस का 1 आ जाऊगा। ठीक है, उस तो बाद यह माइनस का पिया, उपर भी माइनस का पिया, दोनों के विचों एक एक घट जाना। ठीक है, टी इज़ माइनस 1, ये साडे कोल की आ गया डिमेंशनल फार्मूला फॉर ईटा। ठीक है, हुण वेखो नैक्सट वेखते हैं असी इफैक्ट ऑफ टैंपरेचर विस्कोसिटी ते इफैक्ट साडा की पैंदा। ठीक है, स्टूडेंट्स अपने घरे बहुत तरह के लिक्विड पे होंगे आ, जिवें कि एग्जाम्पल लगा लेने कोकोनट ऑयल हो गया, या अपने घरे फेस वाश वगैरह भी पे होंगे आ। अगर तुसीं उन्हां नूं अपने सर्दियों के मौसम के वेखोगे तो काफ़ी ज़्यादा उन्होंने प्रैस करना पैंदा, उस तो बाद किते वो अपनी बॉटल के बाहर आते हैं। अदरवाइज़ जो असीं गर्मियों के वेखते हैं तो वो आसानी के नाल बाहर आ जाते हैं, क्योंकि देखो वो काहदे डिपेंड करता, साडा विस्कोसिटी ते डिपेंड करता। सानू की रिजल्ट निकलता भी टैंपरेचर के इनक्रीज़ होने नाल जिहड़ी साडी विस्कोसिटी है वो की हुंदी है, डिक्रीज़ हुंदी है। हाँ, जिन्नी विस्कोसिटी डिक्रीज़ हो जूगी उन्ना साडा लिक्विड है जो पतला हो जूगा। सौखे शब्दों के ये कह सकते हैं भी जे अगर विस्कोसिटी घट आ साडी लिक्विड की तो वो लिक्विड पतला, अदरवाइज जे विस्कोसिटी ज़्यादा तो वह लिक्विड गाढ़ा। ठीक है, इदां ही कोकोनट ऑयल की गल करते हैं, वह सियालों के साडा सर्दियों के वो काफ़ी गाढ़ा होंदा एज़ कंपेयर टू गर्मियों के, क्योंकि देखो हुण सानूं इत्थों की रिजल्ट निकलदा जिहड़ा साडा विस्कोसिटी है ईटा जिहड़ा वो प्रपोर्शनल है कादे 1/√T। अगर टैंपरेचर वधदा तो साडे लिक्विड की विस्कोसिटी है वो घटती है। तुसां ने याद रखना, क्योंकि ये एग्जाम के डायरैक्ट क्वेश्चन आ सकता है भी टैंपरेचर के नाल विस्कोसिटी किदां वेरी करती है। ये काहदे लई आ, फॉर लिक्विड्स आ। ठीक है, फॉर लिक्विड्स अपनी विस्कोसिटी है जो टैंपरेचर के नाल डिक्रीज़ होंदी है। अगर टैंपरेचर इनक्रीज़ करता तो विस्कोसिटी डिक्रीज़ हो जाती है, अगर टैंपरेचर डाउन होंदा डिक्रीज़ करता तो साडी विस्कोसिटी है इनक्रीज़ हो जाती है, भाव जो लिक्विड है साडा गाढ़ा हो जाता। हुण गैसेस लई वेखो, गैसेस लई साडी विस्कोसिटी किदां रिलेट करदी है टैंपरेचर नाल, √T नाल। ठीक है, ये डायरैक्टली प्रपोर्शनल आ, जिद्दां साडी टैंपरेचर वधेगा तो विस्कोसिटी अपनी इनक्रीज़ हो जानी है। ठीक है, क्यों? क्योंकि साडे कोल मॉलीक्यूल्स ने अपने गैस के, आ मॉलीक्यूल्स ने। ठीक है, जिमें जिमें असी टैंपरेचर इनक्रीज़ करिया तो यह मॉलीक्यूल्स कोल कनेटिक एनर्जी ज़्यादा आ जानी है, मतलब कि जिन्नी ज़्यादा कनेटिक एनर्जी आ जूगी इन्होंने कोले तो यह एक दूजे को बड़ा इंटरफेयर करनगे। जो इंटरफेरेंस ज़्यादा आ गई, मतलब रुकावट ज़्यादा आ गई तो साडी विस्कोसिटी है इनक्रीज़ हो जानी है। ठीक है, इदां साडा टैंपरेचर का इफैक्ट पैंदा विस्कोसिटी ते। ये फॉर गैसेस लई आ वाला फस्ट वाला फॉर लिक्विड्स लई है, तुसां ने याद रखना, भुलना नहीं हैगा। लिक्विड्स लई तो यह इनवर्सली प्रपोर्शनल आ, गैसेस लई डायरैक्टली प्रपोर्शनल आ। ठीक है, नैक्सट वेखो साडा एप्लीकेशनस की होंदियां ने। एप्लीकेशनस तुसीं बाइक्स वगैरह है ना, व्हीकल्स बड़े चलाउंदे रहंदे हो। ठीक है, अगर कोई खड्डा आ जांदा अगे अपने रस्ते दे विच की हुंदा, फिर ਜਿਹੜੇ सोकर ने साडे जो व्हील्स नाल अटैच होंदे आ, वो साडे खड्डे नूं या कोई है ना अबजॉर्ब कर लेंदे आ, जो भी साडे अप एंड डाउनस आउंदे आ रोड के उपर। ठीक है, वो काहदे द्वारा अबजॉर्ब करी जाते हैं, शॉकर द्वारा। ठीक है, मतलब कि असी हंप अबजॉर्बर या शॉकर दे विच भी इहो साडा
यूज़ करे जाते हैं, लिक्विड यूज़ करे जाते हैं, वो लिक्विड्स किस ਨੂੰ ਦੇਖਣਾ ਲਿਕੁਇਡਸ ਯੂਜ਼ ਕਰਨ ਵੇਲੇ ਕਿਸ ਨੂੰ ਧਿਆਨ ਵਿੱਚ ਰੱਖਿਆ ਜਾਂਦਾ, ਉਹਨਾਂ ਦੀ ਵਿਸਕੋਸਿਟੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ। ਜਿੰਨੀ ਵਿਸਕੋਸਿਟੀ ਜ਼ਿਆਦਾ ਹੋਊਗੀ, ਠੀਕ ਹੈ, ਉਹ ਆਸਾਨੀ ਦੇ ਨਾਲ ਜੋ ਆਪਣੇ ਹੰਪਸ ਨੇ ਜੋ ਹੈ ਨਾ ਉਹ ਅਬਜ਼ੋਰਬ ਕਰ ਲੈਂਦੇ ਆ, ਠੀਕ ਹੈ। ਅਗਰ ਤੁਸੀਂ ਟ੍ਰੇਨ ਵੇਖਿਆ ਹੋਣਾ, ਟ੍ਰੇਨ ਦਾ ਡੱਬਾ ਦੇਖੋ ਇੱਦਾਂ ਦਾ ਹੁੰਦਾ, ਆ ਸਾਡੇ ਕੋਲ ਟ੍ਰੇਨ ਦਾ ਡੱਬਾ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਇੱਦਾਂ ਇੱਕ ਹੋ ਕੇ ਇੱਕ ਇੱਦਾਂ ਦੀ ਸਟਰਕਚਰ ਲੱਗੀ ਹੁੰਦੀ ਆ, ਦੋ ਲੱਗੀਆਂ ਹੁੰਦੀਆਂ ਨੇ ਹਰੇਕ ਡੱਬੇ ਦੇ, ਦੋ ਅਗਲੇ ਪਿੱਛੇ ਪਾਸੇ, ਦੋ ਪਿਛਲੇ ਪਾਸੇ, ਠੀਕ ਹੈ। ਇੱਧਰ ਵੀ ਲੱਗੀਆਂ ਹੁੰਦੀਆਂ ਨੇ ਸਾਡੇ ਕੋਲ, ਠੀਕ ਹੈ। ਇਹ ਸਾਡੇ ਆਪਣੇ ਕੀ ਕਰਦੇ ਨੇ, ਇਹ ਸ਼ੌਕਸ ਨੂੰ ਅਬਜ਼ੋਰਬ ਕਰਦੇ ਨੇ। ਜਦੋਂ ਅਸੀਂ ਟ੍ਰੇਨ ਨੂੰ ਅਟੈਚ ਕਰਦੇ ਹਾਂ, ਮੰਨ ਲਓ ਸਾਡਾ ਇੰਜਨ ਆਹ ਵਾਲਾ ਹੈ ਨਾ ਬੜੀ ਸਪੀਡ ਨਾਲ ਆ ਰਿਹਾ ਸਾਡੀ ਟ੍ਰੇਨ ਬੰਨੀ ਨੂੰ, ਠੀਕ ਹੈ। ਜਿਹੜੇ ਸਭ ਤੋਂ ਪਹਿਲਾਂ ਕੀ ਲੱਗਣਗੇ, ਆਪਣੇ ਜਿਹੜੇ ਆਹ ਵਾਲੇ ਹੈ ਨਾ ਸ਼ੌਕ ਅਬਜ਼ੋਰਬ ਬਫਰਸ ਕਹਿੰਦੇ ਇਹਨਾਂ ਨੂੰ, ਬਫਰਸ, ਇਹਨਾਂ ਨੂੰ ਅਸੀਂ ਬਫਰਸ ਕਹਿੰਦੇ ਹਾਂ, ਠੀਕ ਹੈ। ਬਫਰਸ ਕੀ ਕਰਦੇ ਆ ਇਹ, ਮੰਨ ਲਓ ਸਾਡੀ ਆਹ ਟ੍ਰੇਨ ਦਾ ਬਾਕਸ ਹੈ, ਆ ਉਸ ਤੋਂ ਬਾਅਦ ਇੰਜਨ ਆ, ਠੀਕ ਹੈ। ਇੱਥੇ ਇੱਕ ਬਫਰ ਲੱਗਾ ਹੋਇਆ ਪਹਿਲਾਂ, ਸਭ ਤੋਂ ਪਹਿਲਾਂ ਇਹ ਕੀ ਲੱਗੂਗਾ, ਬਫਰ ਦੇ ਵਿੱਚ ਆ ਕੇ ਲੱਗੂਗਾ, ਠੀਕ ਹੈ। ਬਫਰ ਕੀ ਕਰੂਗਾ, ਇਹ ਆਪਣੇ ਇਹਦੇ ਬਾਕਸ ਨੂੰ ਝਟਕਾ ਨਹੀਂ ਲੱਗਣ ਦੇਊਗਾ, ਠੀਕ ਹੈ। ਇਹ ਸਾਰਾ ਜੋ ਆਪਣਾ ਸ਼ੌਕ ਹੋਏਗਾ ਉਹ ਅਬਜ਼ੋਰਬ ਕਰ ਲਏਗਾ, ਠੀਕ ਹੈ। ਮਤਲਬ ਕਿ ਸ਼ੌਕ ਅਬਜ਼ੋਰਬ ਕਰਨ ਲਈ ਸਾਡੀ ਵਿਸਕੋਸਿਟੀ ਦੀ ਵਰਤੋਂ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਇੱਦਾਂ ਦੇ ਲਿਕੁਇਡ ਪਾਏ ਜਾਂਦੇ ਆ, ਠੀਕ ਹੈ, ਸ਼ੌਕ ਨੂੰ ਅਬਜ਼ੋਰਬ ਕਰਨ ਲਈ। ਹੁਣ ਅਸੀਂ ਅੱਗੇ ਵੇਖਦੇ ਹਾਂ ਐਪਲੀਕੇਸ਼ਨਸ ਹੋ ਗਈਆਂ ਸਾਡੀਆਂ ਸਿਮਿਲਰਿਟੀਜ਼ ਐਂਡ ਡਿਫਰੈਂਸ। ਸਿਮਿਲਰਿਟੀਜ਼ ਤੇ ਡਿਫਰੈਂਸ ਕੀ ਨੇ ਸਾਡੇ ਸਿਮਿਲਰਿਟੀ ਡਿਫਰੈਂਸਿਸ ਕਾਹਦੇ ਤੇ ਕਾਹਦੇ ਵਿਚਕਾਰ ਰਹੇ ਹੋ। ਅਸੀਂ ਦੋ ਤਰ੍ਹਾਂ ਦੀ ਫ੍ਰਿਕਸ਼ਨ ਪੜ੍ਹੀ ਹੈ। ਹੁਣ ਸਾਡੇ ਕੋਲ ਇੱਕ ਆ ਰਿਜ਼ਲਟ ਸਪੋਰਟ ਤੀ, ਤੇ ਉਸ ਤੋਂ ਬਾਅਦ ਅਸਾਂ ਨੇ ਸਭ ਤੋਂ ਪਹਿਲਾਂ ਇਹਦੇ ਉੱਤੇ ਬਾਕਸ ਰੱਖਾ ਤੀ, ਤੇ ਇਹਦੇ ਉੱਤੇ ਫੋਰਸ ਲਗਾਈ ਤੀ, ਠੀਕ ਹੈ। ਰਾਈਟ ਬੰਨੇ ਨੂੰ ਡਿਸਪਲੇਸ ਕਰਿਆ ਤਾ, ਇੱਥੇ ਇੱਕ ਫੋਰਸ ਡਿਵੈਲਪ ਹੋਈ ਤੀ ਜਿਹਨੂੰ ਅਸੀਂ ਕੀ ਕਹਿੰਦੇ ਤੇ, ਫੋਰਸ ਆਫ ਫ੍ਰਿਕਸ਼ਨ ਕਹਿੰਦੇ ਤੇ, ਫੋਰਸ ਆਫ ਫ੍ਰਿਕਸ਼ਨ। ਇੱਕ ਤਰ੍ਹਾਂ ਦੀ ਅਸੀਂ ਲੇਅਰਸ ਦੇ ਵਿੱਚ ਵੀ ਫੋਰਸ ਆਫ ਫ੍ਰਿਕਸ਼ਨ ਕਹਿ ਸਕਦੇ ਹਾਂ, ਠੀਕ ਹੈ। ਹੁਣ ਦੇਖੋ ਇਹੋ ਹੁਣ ਸਾਡੇ ਕੋਲ ਇੱਕ ਸੋਲਿਡ ਫ੍ਰਿਕਸ਼ਨ ਆ, ਇੱਕ ਹੈਗੀ ਆਪਣੇ ਕੋਲ ਲਿਕੁਇਡ ਦੇ ਵਿੱਚ ਫ੍ਰਿਕਸ਼ਨ ਆ। ਇਹਨਾਂ ਦੇ ਵਿੱਚ ਸਿਮਿਲਰਿਟੀਜ਼ ਕੀ ਨੇ ਤੇ ਡਿਸਸਿਮਿਲਰਿਟੀਜ਼ ਕੀ ਨੇ, ਅਸੀਂ ਉਹਨਾਂ ਬਾਰੇ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸਿਮਿਲਰਿਟੀਜ਼ ਦੀ ਗੱਲ ਕਰਦੇ ਹਾਂ। ਸਿਮਿਲਰਿਟੀਜ਼ ਵੇਖੋ ਸਟੂਡੈਂਟਸ, ਸਾਡੀਆਂ ਲੇਅਰਸ ਰਾਈਟ ਬੰਨੇ ਨੂੰ ਮੂਵ ਕਰ ਰਹੀਆਂ ਨੇ, ਤੇ ਇੱਕ ਫੋਰਸ ਹੈ ਜਿਹੜੀ ਵਿਸਕਸ ਫੋਰਸ ਆ ਉਹ ਲੈਫਟ ਬੰਨੇ ਨੂੰ ਲੱਗ ਰਹੀ ਆ। ਇੱਦਾਂ ਹੀ ਸਾਡੇ ਕੋਲ ਬਲੌਕ ਆ ਜੋ ਰਾਈਟ ਬੰਨੇ ਨੂੰ ਮੂਵ ਕਰ ਰਿਹਾ, ਤੇ ਵਿਸਕਸ ਫੋਰਸ ਹੈ ਜਾਂ ਫੋਰਸ ਆਫ ਫ੍ਰਿਕਸ਼ਨ ਆ ਲੈਫਟ ਬੰਨੇ ਨੂੰ ਲੱਗਦੀਆਂ ਨੇ। ਇੱਥੋਂ ਕੀ ਰਿਜ਼ਲਟ ਨਿਕਲਦਾ, ਇੱਥੋਂ ਇਹ ਰਿਜ਼ਲਟ ਨਿਕਲਦਾ ਵੀ ਵਿਸਕਸ ਫੋਰਸ ਤੇ ਫੋਰਸ ਆਫ ਫ੍ਰਿਕਸ਼ਨ ਦੋਨੇ ਹੀ ਮੋਸ਼ਨ ਨੂੰ ਅਪੋਜ਼ ਕਰਦੀਆਂ ਨੇ। ਵਿਸਕਸ ਫੋਰਸ ਤੇ ਆਪਣੀ ਫੋਰਸ ਆਫ ਫ੍ਰਿਕਸ਼ਨ ਆ ਅਪੋਜ਼ਸ ਮੋਸ਼ਨ ਨੂੰ, ਠੀਕ ਹੈ, ਮੋਸ਼ਨ ਨੂੰ ਅਪੋਜ਼ ਕਰਦੀਆਂ ਨੇ, ਠੀਕ ਹੈ। ਇੱਕ ਤਾਂ ਇਹ ਸਾਡੇ ਕੋਲ ਸਿਮਿਲਰਿਟੀ ਆ ਗਈ। ਦੂਜੀ ਸਿਮਿਲਰਿਟੀ ਕੀ ਆਊਗੀ, ਦੂਜੀ ਸਿਮਿਲਰਿਟੀ ਇਹ ਆਪਣੇ ਕੋਲੇ ਦੋਨੋਂ ਉਦੋਂ ਹੀ ਐਗਜ਼ਿਸਟੈਂਸ ਦੇ ਵਿੱਚ, ਜਦੋਂ ਅਸੀਂ ਆਹ ਫੋਰਸ ਨਹੀਂ ਲਗਾਈ, ਲਓ ਆਹ ਫੋਰਸ ਨਹੀਂ ਲਗਾਈ, ਠੀਕ ਹੈ, ਸਾਡੀ ਇਹ ਬਾਡੀ ਹੈ ਜਿਹੜੀ ਰੈਸਟ ਦੇ ਵਿੱਚ ਪਈ ਆ, ਤਾਂ ਕੀ ਇੱਥੇ ਕੋਈ ਫੋਰਸ ਆਫ ਫ੍ਰਿਕਸ਼ਨ ਹੈ, ਨਹੀਂ ਹੈ, ਠੀਕ ਹੈ। ਇੱਦਾਂ ਹੀ ਆ, ਇੱਦਾਂ ਹੀ ਸੇਮ ਕੇਸ ਇਹਦੇ ਵਿੱਚ ਆ। ਜਦੋਂ ਸਾਡੇ ਕੋਈ ਵੀ ਲੇਅਰ ਮੂਵ ਨਹੀਂ ਕਰ ਰਹੀ ਹੈ, ਸਾਡਾ ਬੀਕਰ ਦੇ ਵਿੱਚ ਵਾਟਰ ਹੈ, ਜੋ ਬੀਕਰ ਦੇ ਵਿੱਚ ਵਾਟਰ ਆ ਸਾਡਾ, ਜੋ ਅਸੀਂ ਪਹਿਲਾਂ ਭਰਿਆ ਸੀ, ਉਹ ਸਟੇਬਲ ਫਾਰਮ ਦੇ ਵਿੱਚ ਹੈ, ਸਟੈਟਿਕ ਫਾਰਮ ਦੇ ਵਿੱਚ ਆ, ਤਾਂ ਕੋਈ ਉੱਥੇ ਫਿਰ ਫੋਰਸ ਆਫ ਡਰੈਗ ਹੈ ਜਾਂ, ਠੀਕ ਹੈ, ਨਹੀਂ ਹੈ। ਕਿਉਂਕਿ ਇਹ ਦੋਨੋਂ ਫੋਰਸਿਸ ਉਦੋਂ ਹੀ ਐਗਜ਼ਿਸਟੈਂਸ ਦੇ ਵਿੱਚ ਆਉਂਦੀਆਂ ਨੇ ਜਦੋਂ ਸਾਡਾ ਰੈਲੇਟਿਵ ਮੋਸ਼ਨ ਹੁੰਦਾ, ਲੇਅਰਸ ਦਾ ਰੈਲੇਟਿਵ ਮੋਸ਼ਨ ਹੁੰਦਾ, ਜਾਂ ਆਪਣੇ ਸੋਲਿਡ ਫ੍ਰਿਕਸ਼ਨ ਦੇ ਵਿੱਚ ਕੀ ਹੁੰਦਾ ਵੀ, ਬਾਡੀਜ਼ ਦਾ ਮੋਸ਼ਨ ਹੁੰਦਾ, ਠੀਕ ਹੈ, ਉਦੋਂ ਹੀ ਐਗਜ਼ਿਸਟੈਂਸ ਦੇ ਵਿੱਚ ਆਉਂਦੀਆਂ ਨੇ, ਅਦਰਵਾਈਜ਼ ਇਹ ਐਗਜ਼ਿਸਟ ਨਹੀਂ ਕਰਦੀਆਂ, ਠੀਕ ਹੈ। ਇਹ ਹੋ ਗਈਆਂ ਸਾਡੇ ਕੋਲ ਸਿਮਿਲਰਿਟੀਜ਼। ਹੁਣ ਡਿਸਸਿਮਿਲਰਿਟੀਜ਼ ਕੀ ਹੋਣਗੀਆਂ, ਡਿਸਸਿਮਿਲਰਿਟੀਜ਼ ਇਹ ਹੋਣਗੀਆਂ ਵੀ ਜਿਹੜੀ ਆਪਣੀ ਵਿਸਕਸ ਫੋਰਸ ਆ ਇਹ ਕੰਟੈਕਟ ਏਰੀਆ 'ਤੇ ਡਿਪੈਂਡ ਕਰਦੀ ਆ। ਅਸਾਂ ਨੇ ਕੀ ਪੜ੍ਹਿਆ ਸੀ, ਅਸਾਂ ਨੇ ਇਹ ਲਿਖਿਆ F is proportional to A, ਵੀ ਕੰਟੈਕਟ ਏਰੀਆ 'ਤੇ ਡਿਪੈਂਡ ਕਰਦੀ ਆ। ਜਿੰਨਾ ਸਾਡਾ ਕੰਟੈਕਟ ਏਰੀਆ ਜ਼ਿਆਦਾ ਹੋਊਗਾ ਉਨੀ ਸਾਡੀ ਵਿਸਕਸ ਫੋਰਸ ਜ਼ਿਆਦਾ ਹੋ ਜਾਣੀ ਆ, ਜਿੰਨਾ ਸਾਡਾ ਕੰਟੈਕਟ ਏਰੀਆ ਡਿਕਰੀਜ਼ ਹੋ ਜਾਊਗਾ ਉਨੀ ਸਾਡੀ ਵਿਸਕਸ ਫੋਰਸ ਆ ਡਿਕਰੀਜ਼ ਹੋ ਜਾਣੀ ਆ। ਬਟ ਇਨ ਕੇਸ ਆਫ ਸੋਲਿਡ ਫ੍ਰਿਕਸ਼ਨ ਦੇ ਵਿੱਚ ਵੇਖੋ ਸਟੂਡੈਂਟਸ, ਅਸੀਂ ਕੀ ਕਰਦੇ ਹਾਂ, ਅਗਰ ਸਾਡੇ ਕੋਲ ਮੰਨ ਲਓ ਆਹ ਵਾਲਾ ਬਾਕਸ ਆ, ਇੱਕ ਤਾਂ ਆਹ ਬਾਕਸ ਰੱਖਿਆ ਹੋਇਆ, ਨਹੀਂ ਇਹਨੂੰ ਨਹੀਂ ਮੰਨਦੇ ਆਪਾਂ, ਇਹਨੂੰ ਮੰਨਦੇ ਹਾਂ, ਲਓ ਇੱਦਾਂ ਰੱਖਿਆ ਹੋਇਆ, ਠੀਕ ਹੈ। ਇਹ ਹੌਰੀਜ਼ੌਂਟਲ ਕਨਫੀਗਰੇਸ਼ਨ ਦੇ ਵਿੱਚ ਰੱਖ ਦਿੱਤਾ ਸਾਨੇ। ਉਸ ਤੋਂ ਬਾਅਦ ਇੱਕ ਉਹੀਓ ਸਰਫੇਸ ਆ, ਇਹਨੂੰ ਵਰਟੀਕਲ ਕਨਫੀਗਰੇਸ਼ਨ ਦੇ ਵਿੱਚ ਰੱਖ ਦਿੱਤਾ, ਠੀਕ ਹੈ। ਹੁਣ ਦੇਖੋ ਆਹ ਵਾਲੇ ਕੰਡੀਸ਼ਨ ਦੇ ਵਿੱਚ ਕੀ ਆ, ਲਾਰਜਰ ਏਰੀਆ ਆਫ ਕੰਟੈਕਟ ਆ, ਠੀਕ ਹੈ। ਇਹ ਵਾਲੀ ਕੰਡੀਸ਼ਨ ਦੇ ਵਿੱਚ ਕੀ ਆ, ਏਰੀਆ ਆਫ ਕੰਟੈਕਟ ਬਹੁਤ ਥੋੜਾ, ਠੀਕ ਹੈ। ਤੇ ਮੈਂ ਕਹਾਂਗਾ ਤੁਹਾਨੂੰ ਵੀ ਇੱਥੇ ਵੀ ਫੋਰਸ ਆਫ ਫ੍ਰਿਕਸ਼ਨ ਇਕੁਅਲ ਟੂ ਆਹ ਵਾਲੇ ਕੇਸ ਦੇ ਵਿੱਚ ਫੋਰਸ ਆਫ ਫ੍ਰਿਕਸ਼ਨ ਇਜ਼ ਇਕੁਅਲ ਟੂ ਆਹ ਵਾਲੇ ਕੇਸ ਦੇ ਵਿੱਚ ਫੋਰਸ ਆਫ ਫ੍ਰਿਕਸ਼ਨ, ਠੀਕ ਹੈ। ਗੱਲ ਹਜ਼ਮ ਕਰਨੀ ਥੋੜੀ ਜਿਹੀ ਮੁਸ਼ਕਿਲ ਆ, ਬਟ ਹੁਣ ਸਮਝਾਉਣਾ ਮੈਂ ਤੁਹਾਨੂੰ ਕਿੱਦਾਂ।
देखो स्टूडेंट्स ਜਿਹੜੀ ਫੋਰਸ ਆਫ ਫ੍ਰਿਕਸ਼ਨ ਡਿਪੈਂਡ ਕਰਦੀ ਆ ਉਹ ਸਾਡੀ ਨਾਰਮਲ ਰਿਐਕਸ਼ਨ ਤੇ ਡਿਪੈਂਡ ਕਰਦੀ ਆ, ਨਾਰਮਲ ਰਿਐਕਸ਼ਨ ਤੇ। ਇੱਥੇ ਵੀ ਸਾਡੇ ਕੋਲ ਨਾਰਮਲ ਰਿਐਕਸ਼ਨ ਹੋ ਰਿਹਾ। ਨਾਰਮਲ ਰਿਐਕਸ਼ਨ ਕੀ ਹੁੰਦਾ, ਜਿੰਨਾ ਸਾਡਾ weight ਹੋਊਗਾ mg weight ਇਹਦਾ ਇਕੁਅਲ ਐਂਡ ਆਪੋजिट ਫੋਰਸਿਸ, ਠੀਕ ਹੈ। ਅਗਰ ਕਿਸੇ ਕੋਈ ਬੋਡੀ ਇੱਕ ਸਰਫੇਸ ਤੇ ਪਈ ਆ, ਦੋ ਇਕੁਅਲ ਐਂਡ ਆਪੋजिट ਫੋਰਸਿਸ ਐਕਟ ਕਰਦੀਆਂ ਹੁੰਦੀਆਂ ਨੇ, ਉਹਦਾ ਮਾਸ mg ਆ ਜੋ ਡਾਊਨਵਰਡ ਐਕਟ ਕਰਦਾ, ਉਹਦਾ ਰਿਐਕਸ਼ਨ ਆ ਜੋ ਅਪਵਰਡ ਐਕਟ ਕਰਦਾ, ਇਹਨੂੰ ਅਸੀਂ r ਨਾਲ ਲਿਖਾਂਗੇ, ਠੀਕ ਹੈ। ਹੁਣ ਮਾਸ ਇੱਥੇ ਸੇਮ ਆ, ਗ੍ਰੈਵਿਟੀ ਵੀ ਸੇਮ ਆ, ਠੀਕ ਹੈ। ਤਾਂ ਮਤਲਬ ਕਿ ਡਾਊਨਵਰਡ ਫੋਰਸ ਜੋ ਲੱਗ ਰਹੀ ਆ ਉਹ ਇੱਕੋ ਫੋਰਸ ਲੱਗ ਰਹੀ ਆ, ਫਸਟ ਕੇਸ ਦੇ ਵਿੱਚ ਵੀ ਸੈਕੰਡ ਕੇਸ ਦੇ ਵਿੱਚ ਵੀ। ਇੱਥੇ ਵੀ mg ਫੋਰਸ ਹੀ ਲੱਗ ਰਹੀ ਆ, ठीक है। अगर mg फोर्स दोनों केसिस के लग रही है तो उन्होंने रिएक्शन भी सेम होंगे, तो जी अपनी फोर्स ऑफ फ्रिक्शन वो रिएक्शन पर ही डिपेंड करती है, ठीक है। अगर रिएक्शन सेम ने साढ़े तो फोर्स ऑफ फ्रिक्शन भी सेम हो, चाहे बॉडी साड़ी इदा पई है चाहे बॉडी साड़ी इदा पई है, मतलब कि कंटैक्ट एरिए पर नहीं डिपेंड करती हैगी। तो अपने जो लिक्विड फ्रिक्शन आ वो कंटैक्ट एरिए पर डिपेंड करते, जिन्ना कंटैक्ट एरिया ज़्यादा होगा उन्ना अपना कंटैक्ट एरिया घट जाना, ठीक है बई। तो सैकेंड डिसिमिलरिटी की आ, ये नॉर्मल रिएक्शन का कोई भी काम नहीं है, ये नॉर्मल रिएक्शन से नहीं डिपेंड करती, ये नॉर्मल रिएक्शन से डिपेंड करती है, ठीक है। हुण देखो साडे कोल इफैक्ट ऑफ टैंपरेचर एप्लीकेशनस भी हो गई, सिमिलरिटीज़ एंड डिसिमिलरिटीज़ भी हो गई। हुण असीं इहदे रिलेटेड करन जा रहे हैं MCQ। हुण देखो अपने MCQ डिमेंशनल फार्मूला ऑफ कोएफिशिएंट ऑफ विस्कोसिटी। असाने लैक्चर जो तुसीं ध्यान नाल सुनिया होवे तां तुहानूं पता ही होना डिमेंशनल फार्मूला की सी। अपना फस्ट वाला सी ML -1 T -1 -1 ये तो है ही नहीं, सानू पता भी वो की सी MC कली पावर वो -1 नहीं सी, ये कट हो गया, ठीक है। तो इत्थे अपनी T की -1 सी, ये भी कट हो गया, तो ये भी कट हो गया, अपने को फस्ट वाला रह गया ML -1 T -1, ठीक है। विच ऑफ द फॉलोइंग सबसटेंसेस हैज़ द ग्रेटेस्ट विस्कोसिटी। ग्रेटेस्ट विस्कोसिटी किहदी होएगी स्टूडेंट्स, तुसां ने देखना जो विस्कोसिटी किसी भी लिक्विड की चैक करनी हो, जिहड़ा लिक्विड है ना जो गाढ़ा होएगा उसकी विस्कोसिटी ज़्यादा होएगी। गाढ़ा मतलब कि संघना, ठीक है। अगर संघना होएगा तो उसकी विस्कोसिटी ज़्यादा हो, अदरवाइज उसकी विस्कोसिटी घट हो, ठीक है। हुण देखो एयर ते हाइड्रोजन दोनों गैसेज ने, ठीक है। तो इन्हां दी विस्कोसिटी अगर डाटा वेख्या जाए तो ही सानूं पता लगूगा, मतलब कि इन्हां दी एज कंपेयर टू वाटर है, इन्हां दी विस्कोसिटी है जो घट ही होएगी, ठीक है। असीं एक जनरल आइडिया लगाउने आ। तो मरकरी है, मरकरी अपने वाटर नालों संघना हुंदा, इस करके अपने आंसर की आएगा डी आंसर आएगा, ठीक है। विस्कोसिटी ऑफ गैसेज, विस्कोसिटी की गल करदा, गैसेज डिक्रीजेज विद इनक्रीज इन टैंपरेचर, गैसेज की गल करदा भी डिक्रीज होंदियां ने विद इनक्रीज इन टैंपरेचर। लिक्विड इनक्रीजेज विद इनक्रीज इन टैंपरेचर, तो गैसेज इनक्रीजेज विद इनक्रीज इन टैंपरेचर, और लिक्विड डिक्रीजेज विद इनक्रीज इन टैंपरेचर। असी स्टूडेंट्स की पढ़िया सी, असी पढ़िया सी इदां, विस्कोसिटी इज़ प्रपोर्शनल टू 1/√T, ठीक है। T की सी इत्थे टैंपरेचर दी फॉर लिक्विड्स, ठीक है। उस बाद एक असी होर एक्सप्रैशन पढ़िया सी, विस्कोसिटी इज़ प्रपोर्शनल टू √T फॉर गैसेज। हुण वेखो इत्थे जदों असीं टैंपरेचर वधावांगे तो साडी विस्कोसिटी है जो डिक्रीज होएगी इन लिक्विड्स दे विच। देखो इत्थे कित्थे आ लिक्विड्स दे विच डिक्रीज, फस्ट दे विच वेखदे आ गैसेज, लिक्विड्स दे विच इनक्रीज हुंदी है टैंपरेचर, ये साडी ऑप्शन की होगी घट हो गई है, ठीक है बई। उस बाद अगे वेखदे आ, इत्थे गैसेज की गल करिए, लिक्विड की गल करते हैं, लिक्विड की डिक्रीजेज विद इनक्रीज इन टैंपरेचर, ये ऑप्शन साडा सही है, ठीक है। हुण वेखो कि गैसेज की गल करते हैं, टैंपरेचर के डायरैक्टली प्रपोर्शनल है, ठीक है। विस्कोसिटी साडी जिन्ना टैंपरेचर इनक्रीज हो साडी विस्कोसिटी इनक्रीज होगी, ठीक है। गैसेज डिक्रीजेज विद इनक्रीज इन टैंपरेचर, टैंपरेचर के इनक्रीज होने नाल विस्कोसिटी जो डिक्रीज होंदी है, कि इदां होंदी है नहीं, गलत हो जाऊगा क्योंकि डायरैक्टली प्रपोर्शनल है। तो ये साडा की हो गया घट हो गया ऑप्शन। गैसेज की विस्कोसिटी इनक्रीज होगी विद इनक्रीज इन टैंपरेचर, रीजन तुहानूं दस्सिया सी कि गैसेज की विस्कोसिटी जो टैंपरेचर के डायरैक्टली प्रपोर्शनल, ठीक है। साडी टैंपरेचर इनक्रीज करने नाल गैसेज की विस्कोसिटी इनक्रीज होएगी, ठीक है। ये भी हो गया अपना। विस्कोसिटी इज़ द इंटरनल प्रॉपर्टी ऑफ द लिक्विड्स एंड गैसेज इज़ मोर क्लोजली रिलेटेड टू, किहदे क्लोजली रिलेटेड है, किहदी तरह है, अपने को इलास्टिसिटी है, इनर्शिया है, या टेंशन है, या फ्रिक्शन है। तुहानूं स्टूडेंट्स मैंने अपनी विस्कोसिटी नूं किहदे नाल रिलेट करवाया सी, फ्रिक्शन नाल रिलेट करवाया सी, है ना। सॉलिड दो सॉलिड दे जदों एक दूसरे के उपर मूव करते हैं तो उन्होंने एक फोर्स डिवेलप होंदी है जिहड़ी कि ओपोजिंग फोर्स होंदी है, वो फ्रिक्शन फोर्स होंदी है। उदां ही लिक्विड होंदे ने, जदों लिक्विड की एक लेयर दूसरे लिक्विड के उपर मूव करती है, मोशन दे विच आउंदी है, तो की हुंदा उन्हां दे विच एक ओपोजिंग फोर्स डिवेलप होंदी है, उन्होंने असीं विस्कोसिटी कहने आ, ठीक है। इस करके सही ऑप्शन की आएगी फ्रिक्शन आएगी, ठीक है। ये क्लोजली रिलेटेड है।
अगला क्वेश्चन वेखो स्टूडेंट्स, कोल्ड सिरप फ्लोज स्लगिशली बिकॉज ऑफ, कादे करके स्लगिशली का मतलब की है हौली हौली, ठीक है, कोहेसन करके, एडहेसन करके, या सरफेस टेंशन करके, या विस्कोसिटी करके, ठीक है। कोहेसन की होंदी है स्टूडेंट्स, कोहेसन असीं इदां समझ सकते हैं, साडे कोल कोई बॉडी है, ठीक है, सॉरी बीकर है, ये कोई मॉलीक्यूल ने दो, ठीक है, अगर इन्हां एक दूसरे नाल चिपके हुए ने ये, ठीक है, इन्हां दे आपस दे विच अटैच ने, तां ओह किहड़ी फोर्स नाल अटैच ने, वो कोहेसन करके, ठीक है। प्रॉपर्टी की कहांगे आपां, कोहेसन कहांगे। जदों साडे कोल सेम मॉलीक्यूल होण, मतलब सेम टाइप ऑफ मॉलीक्यूल्स होण या सेम टाइप ऑफ दी बॉडीज़ होण, ठीक है, उदों साडे कोल कोहेसन फोर्स हुंदी है। जदों डिफरेंट टाइप्स ऑफ बॉडीज़ होण, मतलब एक तां अपने कोल मॉलीक्यूल है, दूसरा अपने कोल बीकर दी साइड है, ठीक है, इन्हां दे विच जिहड़ी फोर्स लगेगी वो साडी एडहेसन फोर्स होएगी, ठीक है। तो ये एक दूजे नाल चिपके रहंदे आ, मतलब कि मूवमेंट तो नहीं होंदी, जदों चिपके हुंदे तो मूवमेंट नहीं होंदी हैगी, ठीक है, इन्हां फोर्सेस के कारण। सरफेस टेंशन करके, सरफेस टेंशन की होंदी आ, किसी लिक्विड की होंदी आ कि वो चाहुंदी है भी असीं मिनीमम सरफेस एरिया अपना मेनटेन करके रखीए, ठीक है। तो विस्कोसिटी, विस्कोसिटी की असीं चंगी तरह पढ़ चुके हैं भी ਜਿਹੜੀ ਆਪਣੇ ਕੋਲ ਫ੍ਰਿਕਸ਼ਨਲ ਫੋਰਸ ਆ ਤੇ ਓਪੋਜ਼ਿੰਗ ਫੋਰਸ ਆ, ਜਦੋਂ ਕੋਈ ਲਿਕੁਇਡ ਫਲੋ ਕਰਦਾ ਤਾਂ ਇੱਕ ਓਪੋਜ਼ਿੰਗ ਫੋਰਸ ਡਿਵੈਲਪ ਹੁੰਦੀ ਆ, ਠੀਕ ਹੈ, ਉਹਨੂੰ ਅਸੀਂ ਵਿਸਕੋਸਿਟੀ ਕਹਿੰਦੇ ਆ। ਬਟ ਇੱਥੇ ਮੋਸ਼ਨ ਦੀ ਗੱਲ ਕਰੀ ਗਈ ਆ, ਦੇਖੋ ਸਟੂਡੈਂਟਸ ਫਲੋ ਦੀ ਗੱਲ ਕਰੀ ਗਈ ਆ, ਇਹਦੇ ਵਿੱਚ ਦੋਨਾਂ ਕੇਸਿਸ ਦੇ ਵਿੱਚ ਚਿਪਕੇ ਰਹਿੰਦੇ ਆ ਤੇ ਇਹਦੇ ਵਿੱਚ ਵੀ ਆ ਇੱਕ ਸਰਫੇਸ, ਮਤਲਬ ਕਿ ਇੱਕ ਸਫੈਰੀਕਲ ਸਰਫੇਸ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦਾ, ਮਿਨੀਮਮ ਸਰਫੇਸ ਏਰੀਆ ਸਰਫੇਸ ਟੈਂਸ਼ਨ ਦੇ ਕਾਰਨ, ਬਟ ਵਿਸਕੋਸਿਟੀ ਕੀ ਕਰਦੀ ਆ, ਓਪੋਜ਼ ਕਰਦੀ ਹੈ, ਕਾਹਨੂੰ, ਮੋਸ਼ਨ ਨੂੰ ਕਰਦੀ ਹੈ, ਠੀਕ ਹੈ। ਇਸ ਕਰਕੇ ਸਾਡਾ ਆਨਸਰ ਕੀ ਆਏਗਾ, ਡੀ ਵਾਲਾ ਆਨਸਰ आएगा। उस बाद देखो अगे, वैन वाटर फ्लोज स्लोली ओवर अ सरफेस डिफरेंट लेयर्स हैव डिफरेंट वेलोसिटीज़, दिस इज़ ड्यू टू, कहना जो वाटर फ्लो करता किसी सरफेस के उपर डिफरेंट लेयर ने जो डिफरेंट वेलोसिटीज़ नाल फ्लो करदियां ने, दिस इज़ ड्यू टू, काहदे कारण हुंदा है, सरफेस टेंशन कारण हुंदा, नहीं असीं इदां तां नहीं पढ़िया हैगा, क्योंकि सरफेस टेंशन नाल तां जो साडा लिक्विड आ मिनीमम सरफेस एरिया मेनटेन करने की कोशिश करता, ठीक है। इंप्यूरिटीज़ कंटेंट इन दी लिक्विड, इदां दा भी कुछ नहीं पढ़िया असां ने, ठीक है, इहदा कोई इफैक्ट नहीं हुंदा अपने कोल। डिफरेंस ऑफ प्रेशर्स बिटवीन डिफरेंट लेयर्स, ठीक है, ये ऑप्शन भी अपनी कट हो जानी है। फोर्थ ऑप्शन की आ, विस्कोसिटी है, ठीक है, विस्कोसिटी कारण ही साड़ी हरेक लेयर आ एक डिफरेंस ओपोजिंग फोर्स एक्सपीरियंस करती है, जिस कारण उन्होंने वेलोसिटी है जो वेरी करती है, ठीक है। इसका आंसर की आऊगा साडा डी वाला, ठीक है। यूनिट्स ऑफ कोफिशिएंट ऑफ विस्कोसिटी इज़, यूनिट की ने, है ना, यूनिट असाने अपने जो फॉर्मूला से वो तो कढ़े सी, फॉर्मूला की सी, ईटा इज़ इक्वल टू एफ डिवाइडेड बाई ए डी वी डिवाइडेड बाई डी एक्स, ठीक है। फोर्स का साढ़े कोल की हुंदा न्यूटन हुंदा, एरिया का मीटर का स्केयर, ठीक है। उस बाद वेलोसिटी का मीटर बाय सैकेंड डिवाइडेड बाय, तो यदा फिर मीटर आ जाऊगा डी एक्स का, मीटर नाल मीटर साडा कैंसल हो गया, आ वाला एस उपर गया, तो की हो जाऊगा ये एन एस तो मीटर का -1, ठीक -2 सॉरी, ठीक है। ये कितने पे साढ़े कोल बी ऑप्शन पई है, ठीक है, बी ऑप्शन साड़ी टिक हो जानी है। ये साढ़े रिलेटेड अपने टॉपिक के नाल MCQ, ठीक है। वीडियो किदां दी लगी तुसां ने फीडबैक जरूर देना, तो टैलीग्राम का चैनल भी तुसीं ज्वाइन कर सकते हो, लिंक डिस्क्रिप्शन के दिता होया। धन्यवाद।